ਚੈਨਲ ਪੰਜਾਬੀ ਦੇਖ ਰਹੇ ਦਰਸ਼ਕਾਂ ਦਾ ਪ੍ਰੋਗਰਾਮ ਫਰੰਟਲਾਈਨ ਵਿੱਚ ਬਹੁਤ-ਬਹੁਤ ਸਵਾਗਤ। ਹਾਜ਼ਰ ਹਾਂ ਦੋਸਤੋ, ਕੁਝ ਖਬਰਾਂ ਤੁਹਾਡੇ ਨਾਲ ਸਾਂਝੀਆਂ ਕਰਨ ਦੇ ਲਈ। ਅੱਜ ਜਿਹੜੀਆਂ ਖਬਰਾਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ, ਸਭ ਤੋਂ ਪਹਿਲਾਂ ਗਰਮੀ ਬਾਰੇ ਗੱਲ ਕਰਾਂਗੇ। ਅੱਜ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਕਾਫੀ ਗਰਮੀ ਰਹੀ ਆ। ਆਉਣ ਵਾਲੇ ਸਮੇਂ ਦੇ ਵਿੱਚ ਵੈਦਰ ਆਉਣ ਵਾਲੇ ਦਿਨਾਂ ਦੇ ਵਿੱਚ ਠੰਡਾ ਹੋ ਜਾਣਾ, ਪਰ ਇਸ ਵੇਲੇ ਇਸ ਗਰਮੀ ਦੇ ਨਾਲ ਪਿਛਲੇ ਸਾਲ ਦੀ ਗਰਮੀ ਯਾਦ ਆ ਰਹੀ ਹੈ। ਕੀ ਗੱਲਾਂ ਬਾਤਾਂ ਆ ਉਹ ਤੁਹਾਡੇ ਨਾਲ ਸਾਂਝੀਆਂ ਕਰਾਂਗੇ। ਆਪਾਂ ਅਕਸਰ ਗੱਲਬਾਤ ਕਰਦੇ ਹਾਂ ਕੈਨੇਡਾ ਦੇ ਹੈਲਥ ਕੇਅਰ ਸਿਸਟਮ ਦੇ ਵਿੱਚ ਡਿਲੇ ਬਹੁਤ ਆ। ਵਾਰੀ ਦੀ ਉਡੀਕ ਕਰਦੇ ਕਰਦੇ ਲੋਕ ਅੱਕੇ ਪਏ ਆ। ਅਤੇ ਇੱਕ ਖਬਰ ਨੋਵਾ ਸਕੋਸ਼ੀਆ ਦੀ ਆ, ਵਿਅਕਤੀ ਆਪਣੀ ਸਰਜਰੀ ਦੀ, ਹਾਰਟ ਦੀ ਸਰਜਰੀ ਦੀ ਵਾਰੀ ਦੀ ਉਡੀਕ ਕਰਦਾ ਕਰਦਾ ਚੱਲ ਵਸਿਆ। ਕੀ ਗਾਥਾ ਹੈ ਉਹ ਤੁਹਾਡੇ ਨਾਲ ਸਾਂਝੀ ਕਰਾਂਗੇ। ਕੈਨੇਡਾ ਡੇ ਇਸ ਵਾਰ ਮਨਾਇਆ ਜਾਣਾ ਹੈ, ਹਰ ਵਾਰੀ ਮਨਾਇਆ ਜਾਂਦਾ, ਪਰ ਹੁਣ ਕੋਵਿਡ ਤੋਂ ਬਾਅਦ ਵੱਖਰੇ ਤਰੀਕੇ ਨਾਲ ਮਨਾਇਆ ਜਾਣਾ। ਅਤੇ ਉਹਦੇ ਨਾਲ ਜਿਹੜੇ ਧਰਨੇ ਮੁਜ਼ਾਹਰੇ ਵਾਲੇ ਆ ਉਹਨਾਂ ਦਾ ਵੀ ਡਰ ਆ। ਕੀ ਗੱਲਬਾਤ ਚੱਲ ਰਹੀ ਹੈ ਇਹ ਗੱਲਬਾਤ ਕਰਾਂਗੇ। ਸਾਊਥ ਅਫਰੀਕਾ ਦੇ ਵਿੱਚ 21 ਬੱਚਿਆਂ ਦੀ, ਟੀਨਏਜਰਸ ਦੀ ਬੜੀ ਭੇਦ ਭਰੀ ਹਾਲਤ ਦੇ ਵਿੱਚ ਮੌਤ ਹੋਈ ਆ। ਮਾਮਲਾ ਬਹੁਤ ਚਰਚਾ ਦੇ ਵਿੱਚ ਆ। ਇਹਦੇ ਨਾਲ ਗੱਲਬਾਤ ਕਰਾਂਗੇ। ਮਹਿੰਗਾਈ ਬਾਰੇ ਅਕਸਰ ਗੱਲਾਂ ਬਾਤਾਂ ਹੁੰਦੀਆਂ ਕਿ ਕਿੰਨਾ ਕੁ ਚਿਰ ਹੋਰ ਰਹਿਣੀ ਹੈ, ਰਿਸੈਸ਼ਨ ਕਦੋਂ ਆ ਜਾਣਾ। ਵਰਲਡ ਬੈਂਕ ਨੇ ਹੁਣ ਇਹਦੇ ਉੱਤੇ ਦੱਸਿਆ ਵੀ ਬਣਨਾ ਕੀ ਆ, ਉਹ ਗੱਲਬਾਤ ਤੁਹਾਡੇ ਨਾਲ ਸਾਂਝੀ ਕਰਾਂਗੇ। ਅਤੇ ਕੈਨੇਡਾ ਸਰਕਾਰ ਨੇ ਇੱਕ ਕੈਟਾਗਰੀ ਦੇ ਵਿੱਚ ਵਰਕ ਪਰਮਿਟ ਦੀ ਮਿਆਦ ਵਧਾਉਣ ਦਾ ਐਲਾਨ ਕੀਤਾ। ਕਿਹੜੀ ਕੈਟਾਗਰੀ ਆ ਅਤੇ ਇਹਦੇ ਨਾਲ ਇੰਟਰਨੈਸ਼ਨਲ ਸਟੂਡੈਂਟਸ ਨੂੰ ਬਹੁਤ ਵੱਡਾ ਫਾਇਦਾ ਹੋਊਗਾ, ਉਹ ਵੀ ਗੱਲਬਾਤ ਤੁਹਾਡੇ ਨਾਲ ਕਰਨੀ ਆ। ਅਬੋਰਸ਼ਨ ਦਾ ਕਾਨੂੰਨ ਆਪਾਂ ਫਰਾਈਡੇ ਨੂੰ ਤੁਹਾਡੇ ਨਾਲ ਸਾਂਝਾ ਕੀਤਾ ਸੀ ਅਮਰੀਕਾ ਦੇ ਵਿੱਚ, ਅਤੇ ਪ੍ਰਦਰਸ਼ਨ ਇਹਦੇ ਇਸ ਵੇਲੇ ਅਮਰੀਕਾ ਦੇ ਵਿੱਚ ਵੀ ਹੋ ਰਿਹਾ ਅਤੇ ਕੈਨੇਡਾ ਦੇ ਵਿੱਚ ਵੀ ਹੋ ਰਿਹਾ। ਲਗਾਤਾਰ ਸੜਕਾਂ 'ਤੇ ਲੋਕ ਉਤਰੇ ਆ ਪਿਛਲੇ ਸਮੇਂ ਦੇ ਵਿੱਚ। ਅਤੇ ਪ੍ਰੋਗਰਾਮ ਦੇ ਆਖਰ ਵਿੱਚ ਆਪਾਂ ਗੱਲਬਾਤ ਕਰਨੀ ਹੈ ਡਰੱਗ ਡੀਕ੍ਰਿਮੀਨਲਾਈਜੇਸ਼ਨ ਦੀ। ਇੱਕ MLA ਹੁਣ ਇਹ ਕਹਿ ਰਿਹਾ ਕਿ ਇਹ ਗਲਤ ਫੈਸਲਾ ਕੀਤਾ ਗਿਆ, ਜਿਹੜਾ ਡਰੱਗਸ ਨੂੰ ਡੀਕ੍ਰਿਮੀਨਲਾਈਜ਼ ਕੀਤਾ ਗਿਆ, ਇਹ ਸਹੀ ਤਰੀਕਾ ਨਹੀਂ ਆ ਬ੍ਰਿਟਿਸ਼ ਕੋਲੰਬੀਆ ਦੇ ਵਿੱਚ। ਪਹਿਲੀ ਖਬਰ ਗਰਮੀ ਬਾਰੇ। ਗਰਮੀ ਅੱਜ ਸਾਰਾ ਦਿਨ ਬਹੁਤ ਪਈ ਆ। ਕੱਲ੍ਹ ਗਰਮੀ ਬਹੁਤ ਪਈ ਸੀ ਅਤੇ ਕੱਲ੍ਹ ਨੂੰ ਵੀ ਪੈਣੀ ਆ। ਅਤੇ ਮਾਮਲਾ ਇਸ ਵੇਲੇ ਇਹ ਆ ਕਿ ਗਰਮੀ ਕਿਤੇ ਵੱਧਦੀ ਅਗਲੇ ਸਾਲ ਤੱਕ ਨਾ ਚਲੀ ਜਾਵੇ, ਅਗਲੇ ਸਾਲ ਵਰਗੀ, ਜਿਹੜੀ ਪਿਛਲੇ ਸਾਲ ਵਰਗੀ ਨਾ ਹੋ ਜਾਵੇ। ਐਤਕੀ ਜਿਹੜਾ ਅਗਲਾ ਸਮਾਂ ਸਾਡੇ ਕੋਲ ਆਉਣਾ ਆ, ਉਸ ਸਮੇਂ ਦੇ ਵਿੱਚ ਪਿਛਲੇ ਸਾਲ ਵਰਗੀ ਗਰਮੀ ਨਾ ਪਵੇ, ਕਿਉਂਕਿ ਗਰਮੀ ਸਿਰਫ ਗਰਮੀ ਨਹੀਂ ਆ, ਇਹਦੇ ਨਾਲ 600 ਤੋਂ ਜ਼ਿਆਦਾ ਮੌਤਾਂ ਹੋਈਆਂ ਸੀ। ਸਾਡਾ ਹੈਲਥ ਕੇਅਰ ਸਿਸਟਮ ਬਿਲਕੁਲ ਰੁਕ ਗਿਆ ਸੀ। 911 ਦੇ ਉੱਤੇ ਕਾਲ ਕਰਨ ਤੋਂ ਬਾਅਦ ਕਿੰਨੇ ਘੰਟੇ ਬੰਦੇ ਨੂੰ ਵਾਰੀ ਨਹੀਂ ਸੀ ਆਉਂਦੀ ਕਿ ਉਹ ਐਮਰਜੈਂਸੀ ਦੇ ਵਿੱਚ ਕਰੇ ਕੀ। ਇਹ ਖਤਰਾ ਇਸ ਵੇਲੇ ਉਸੇ ਤਰ੍ਹਾਂ ਪਿਛਲੇ ਸਾਲ ਇਹ ਸਾਰਾ ਕੁਝ ਵਾਪਰਿਆ। ਅਤੇ ਹੁਣ ਮਾਮਲਾ ਇਹ ਆ ਵੀ ਕੀ ਐਤਕੀ ਸਾਰਾ ਕੁਝ ਠੀਕ ਠਾਕ ਆ। ਠੀਕ ਆ, 40s ਦੇ ਵਿੱਚ ਟੈਂਪਰੇਚਰ ਨਹੀਂ ਜਾਣਾ ਐਤਕੀ, ਪਰ ਸਮੇਂ ਦਾ ਪਤਾ ਨਹੀਂ ਹੁੰਦਾ। 30s ਦੇ ਨੇੜੇ ਤੇੜੇ ਟੈਂਪਰੇਚਰ ਰਹਿ ਰਿਹਾ, ਔਰ ਦੱਸਿਆ ਜਾ ਰਿਹਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਵਧੂਗਾ। ਅਤੇ ਜੇ ਕਿਤੇ ਗਰਮੀ ਜ਼ਿਆਦਾ ਪੈਣ ਲੱਗ ਪਈ ਤਾਂ ਫਿਰ ਸਰਕਾਰ ਕੋਲ ਪ੍ਰਬੰਧ ਕੀ ਆ। ਅਤੇ ਪ੍ਰਬੰਧ ਦੇ ਨਾਂ ਦੇ ਉੱਤੇ ਕਹਿੰਦੇ ਹਾਲਤ ਲਗਭਗ ਪਿਛਲੇ ਸਾਲ ਵਾਲੀ ਆ। ਇਹ ਕੁਦਰਤ ਦੇ ਹੱਥ ਵਾਸੀ ਆ ਵੀ ਉਹ ਉਨੀ ਗਰਮੀ ਨਾ ਪਾਵੇ, ਅਤੇ ਜੇ ਉਨੀ ਗਰਮੀ ਪੈ ਗਈ, ਪ੍ਰਬੰਧ ਸਰਕਾਰ ਵਾਲੇ ਪਾਸਿਓਂ ਕੋਈ ਬਹੁਤਾ ਨਹੀਂ ਹੈ। ਪਹਿਲੀ ਹੀਟ ਵੇਵ ਇਸ ਸਾਲ ਦੀ ਇਸ ਵੇਲੇ ਚੱਲ ਰਹੀ ਆ, ਅਤੇ ਇਹਦੇ ਨਾਲ ਹੀ ਲੋਕਾਂ ਨੂੰ ਯਾਦ ਆ ਰਿਹਾ ਪਿਛਲਾ ਸਾਲ। ਅਤੇ ਪਿਛਲੇ ਸਾਲ ਦੇ ਵਿੱਚ ਲੋਕ ਫਿਰ ਇਹ ਸਵਾਲ ਕਰ ਰਹੇ ਆ ਵੀ ਕੀ ਐਤਕੀ ਐਂਬੂਲੈਂਸਿਸ ਹੈਗੀਆਂ। ਟਰੋਏ ਕਲਿਫਰਡ ਪ੍ਰੋਵਿੰਸ਼ੀਅਲ ਪ੍ਰੈਜ਼ੀਡੈਂਟ ਨੇ ਐਂਬੂਲੈਂਸ ਪੈਰਾਮੈਡਿਕਸ ਆਫ BC ਦੇ, ਉਹ ਕਹਿੰਦੇ ਵੀ ਸਟਾਫ ਸਾਡੇ ਕੋਲ ਐਤਕੀ ਨਹੀਂ, ਪੂਰਾ ਨਹੀਂ ਆ। ਅਤੇ ਜਿਹੜੀਆਂ ਬਹੁਤ ਵੱਡਾ ਚੈਲੰਜ ਹੈ ਸਾਡੇ ਪੈਰਾਮੈਡਿਕਸ ਦੇ ਲਈ, ਇਹ ਹੀਟ ਡੋਮ। ਸਟਾਫ ਲਗਭਗ ਹਰ ਪਾਸੇ ਘੱਟ ਆ। ਚੈਲੰਜਸ ਜਿਹੜੇ ਪਿਛਲੇ ਸਮੇਂ ਦੇ ਵਿੱਚ ਦੇਖੇ ਆ ਕਿ ਲੋਕਾਂ ਕੋਲ ਐਨਫ ਐਂਬੂਲੈਂਸਿਸ ਹੀ ਹੈ ਨਹੀਂ ਸੀਗੀਆਂ, ਅਤੇ ਉਹ ਸਿਚੁਏਸ਼ਨ ਐਤਕੀ ਵੀ ਲੱਗਦਾ ਕਿ ਉਸੇ ਤਰ੍ਹਾਂ ਆ। ਅਤੇ 12-12, 14-14 ਘੰਟੇ ਲੋਕਾਂ ਨੂੰ ਉਡੀਕ ਕਰਨੀ ਪਈ ਸੀ ਉਸ ਗਰਮੀ ਦੇ ਵਿੱਚ। ਐਂਬੂਲੈਂਸ ਆਉਂਦੀ ਨਹੀਂ ਸੀ। ਇੱਦਾਂ ਦੀਆਂ ਪਰਿਵਾਰਾਂ ਦੀਆਂ ਕਹਾਣੀਆਂ ਵੀ ਸਾਡੇ ਕੋਲ ਇੱਥੇ ਲੈਂਗਲੀ ਤੋਂ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਸਾਹਮਣੇ ਆਈਆਂ ਸੀ ਕਿ ਇੱਕ ਬਜ਼ੁਰਗ ਘਰ ਦੇ ਵਿੱਚ ਗਰਮੀ ਨਾਲ ਉਹਦਾ ਬੁਰਾ ਹਾਲਤ ਸੀ। ਉਹਦੀ ਪਤਨੀ ਬਾਹਰ ਆ ਕੇ ਲੋਕਾਂ ਕੋਲ ਵੀ ਕਹਿੰਦੀ ਰਹੀ ਵੀ ਕੋਈ ਕਿਸੇ ਤਰ੍ਹਾਂ ਪਤਾ ਲੱਗ ਜੇ, ਟੈਕਸੀ ਉਹਨਾਂ ਨੂੰ ਕਾਲ ਨਹੀਂ ਸੀ ਕਰਨੀ ਆਉਂਦੀ। ਲੋਕਾਂ ਕੋਲ ਵੀ ਮਦਦ ਮੰਗੀ ਵੀ ਕੋਈ ਨਾ ਕੋਈ ਮਿਲ ਜਾਵੇ ਅਤੇ ਉਹਨੂੰ ਬਜ਼ੁਰਗ ਨੂੰ ਹਸਪੀਟਲ ਪਹੁੰਚਾਇਆ ਜਾ ਸਕੇ, ਅਤੇ ਉਹਦੀ ਮੌਤ ਹੋ ਗਈ ਸੀ ਇਸ ਹਾਲਤ ਦੇ ਵਿੱਚ। ਇਸ ਤਰ੍ਹਾਂ ਦੀਆਂ 600 ਤੋਂ ਜ਼ਿਆਦਾ ਮੌਤਾਂ ਹੀਟ ਨਾਲ ਰਿਲੇਟਡ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਹੋਈਆਂ ਸੀ। ਇਹ ਇਸ ਵੇਲੇ ਪੈਰਾਮੈਡਿਕਸ ਵਾਲੇ ਦੱਸ ਰਹੇ ਆ ਕਿ ਸਾਡੇ ਕੋਲ ਇਸ ਵੇਲੇ ਵੀ ਸਟਾਫਿੰਗ ਦਾ ਹਰਡਲ ਆ, ਅਤੇ ਅਸੀਂ ਹੁਣ, ਔਰ ਜਿਹੜਾ ਸਟਾਫ ਹੈਗਾ ਵੀ ਆ ਉਹ ਪਿਛਲੇ ਸਾਲ ਦੇ ਉਸ ਟਰੌਮੇ ਦੇ ਵਿੱਚੋਂ ਵੀ ਲੰਘ ਰਿਹਾ ਕਿ ਜਿਸ ਤਰ੍ਹਾਂ ਉਹਨਾਂ ਨੇ ਦੇਖਿਆ ਸੀ ਸਾਰਾ ਕੁਝ, ਮਾਨਸਿਕ ਤੌਰ ਦੇ ਉੱਤੇ ਉਹਨਾਂ ਦੇ ਉੱਤੇ ਵੀ ਬਹੁਤ ਵੱਡਾ ਅਸਰ ਇਸ ਚੀਜ਼ ਦਾ ਪਿਆ ਸੀ। ਬਹੁਤ ਸਾਰੇ ਜਿਹੜੇ ਪੈਰਾਮੈਡਿਕਸ ਅਤੇ ਡਿਸਪੈਚਰ ਨੇ ਉਹ ਗੱਲ ਕਰਦੇ ਆ ਉਸ ਔਖੇ ਸਮੇਂ ਬਾਰੇ ਕਿ ਕਿਸ ਤਰ੍ਹਾਂ ਦਾ ਪ੍ਰੈਸ਼ਰ ਉਹਨਾਂ ਦੇ ਉੱਤੇ ਸੀ, ਅਤੇ ਕਿਸ ਸੰਕਟ ਦੇ ਵਿੱਚੋਂ ਉਹ ਉਸ ਵੇਲੇ ਲੰਘੇ ਆ। ਜਿਹੜਾ ਹਾਲਾਂਕਿ ਹੋਰ ਫੁੱਲ ਟਾਈਮ ਸਟਾਫ ਐਡ ਕੀਤਾ ਗਿਆ, ਕਲਿਫਰਡ ਨੇ ਜਾਣਕਾਰੀ ਵੀ ਦਿੱਤੀ ਆ, ਪਰ ਉਹ ਕਹਿੰਦੇ ਇਹ ਐਡ ਕਰਨ ਦੇ ਬਾਵਜੂਦ ਵੀ ਸਾਡੇ ਕੋਲ ਹੋਰ ਸਟਾਫ ਚਾਹੀਦਾ ਆ। ਜਿਹੜੀ ਸਟਾਫਿੰਗ ਸਿਚੁਏਸ਼ਨ ਆ ਇਹ ਜ਼ਿਆਦਾ ਪਿੱਛੇ ਨੂੰ ਜਾ ਰਹੀ ਆ।
ਤੇ ਹੁਣ ਕੁਦਰਤੀ ਆ ਵੀ ਗਰਮੀ ਨਾ ਪਵੇ ਤੇ ਬਚਾਅ ਹੋ ਸਕਦਾ। ਜੇ ਗਰਮੀ ਪੈਣ ਲੱਗ ਪਈ ਤੇ ਬਚਾਅ ਦੇ ਚਾਂਸ ਇੱਥੇ ਬਹੁਤ ਘੱਟ ਆ। ਬਹੁਤ ਸਾਰੀਆਂ ਕਮਿਊਨਿਟੀਜ਼ ਆ ਜਿਨ੍ਹਾਂ ਦੇ ਹੈਲਥ ਕੇਅਰ ਜਿਹੜੇ ਮਤਲਬ ਉਹੀ ਹੈਲਥ ਕੇਅਰ ਉਹਨਾਂ ਦੇ ਟਾਊਨ ਦੇ ਵਿੱਚ ਹੈਗਾ ਆ, ਤੇ ਉਹ ਐਂਬੂਲੈਂਸ ਦੇ ਉੱਤੇ ਰਿਲਾਏ ਕਰਦੇ ਆ ਬਹੁਤਾ। ਤੇ ਜੇ ਉੱਥੇ ਸਟਾਫ ਪੂਰਾ ਨਹੀਂ ਆ ਤਾਂ ਉਹ ਕਹਿੰਦੇ ਅਸੀਂ ਬਿਮਾਰ ਬੰਦਿਆਂ ਨੂੰ ਚੱਕ ਕੇ ਲਿਆ ਹੀ ਨਹੀਂ ਸਕਦੇ। ਟੈਂਪਰੇਚਰ ਵੀਕਐਂਡ ਦੇ ਉੱਤੇ ਵੀ ਬਹੁਤ ਵਧਿਆ ਜਿਹੜਾ ਅੱਪ ਗਿਆ ਆ। ਤੇ ਹੀਟ ਵਾਰਨਿੰਗ ਮੈਟਰੋ ਵੈਨਕੂਵਰ ਤੇ ਫਰੇਜ਼ਰ ਵੈਲੀ ਦੇ ਵਿੱਚ ਹੈਗੀ ਆ। ਇਨਵਾਇਰਨਮੈਂਟ ਕੈਨੇਡਾ ਫਰੇਜ਼ਰ ਵੈਲੀ ਦੇ ਵਿੱਚ ਦੱਸਿਆ ਜਾ ਰਿਹਾ ਕਿ ਟੈਂਪਰੇਚਰ 34 ਡਿਗਰੀ ਦੇ ਨੇੜੇ ਤੇੜੇ ਚਲੇ ਜਾਣਾ। ਅੱਜ ਵੀ ਟੈਂਪਰੇਚਰ ਜਿਹੜਾ ਇੰਨਾ ਕੁ ਸੀਗਾ ਸੰਡੇ ਤੇ ਮੰਡੇ ਕੱਲ੍ਹ ਦੀ ਤੇ ਅੱਜ ਦੀ ਵਾਰਨਿੰਗ ਵੀ ਇਹ ਸੀਗੀ। ਦੂਜੇ ਪਾਰਟ ਜਿਹੜੇ ਲੋਅਰ ਮੇਨਲੈਂਡ ਦੇ ਹੈਗੇ ਆ ਉੱਥੇ ਵੀ ਦੱਸਿਆ ਜਾ ਰਿਹਾ ਕਿ 30 ਦੇ ਵਿੱਚ ਓਵਰਨਾਈਟ ਟੈਂਪਰੇਚਰ ਥੱਲੇ ਡਿੱਗਦਾ, ਪਰ ਦਿਨ ਦਾ ਟੈਂਪਰੇਚਰ 30 ਦੇ ਵਿੱਚ ਰਹੂਗਾ। ਹੀਟ ਵਾਰਨਿੰਗ ਸਪੈਸ਼ਲ ਵੈਦਰ ਸਟੇਟਮੈਂਟ ਇਸ਼ੂ ਕੀਤੀ ਗਈ ਸੀ ਐਸ ਜਿਹੜੇ ਹਫ਼ਤੇ ਪਿਛਲਾ ਹਫ਼ਤਾ ਜਿਹੜਾ ਲੰਘ ਕੇ ਗਿਆ ਉਹਦੇ ਸ਼ੁਰੂ ਦੇ ਵਿੱਚ, ਜਿਹਦੇ ਵਿੱਚ ਦੱਸਿਆ ਗਿਆ ਸੀ ਕਿ ਟੈਂਪਰੇਚਰ ਵੱਧ ਸਕਦੇ ਆ। ਸਾਊਥ ਕੋਸਟ ਦੇ ਵਿੱਚ ਜਿਹੜਾ ਐਵਰੇਜ ਤੋਂ ਜ਼ਿਆਦਾ ਟੈਂਪਰੇਚਰ ਦੱਸਿਆ ਜਾ ਰਿਹਾ ਕਿ ਉੱਥੇ ਰਹੂਗਾ। ਲੋਕਾਂ ਨੂੰ ਜਿਹੜੀ ਵਾਰਨਿੰਗ ਵੀ ਦਿੱਤੀ ਗਈ ਆ ਕਿ ਜਿਹੜੇ ਹੀਟ ਰਿਲੇਟਡ ਰਿਸਕ ਆ ਉਹ ਜ਼ਿਆਦਾ ਵੱਧ ਜਾਂਦੇ ਆ ਤੇ ਇਹਦੇ ਬਾਰੇ ਉਹ ਆਪਣਾ ਵਿਚਾਰ ਰੱਖਣ, ਕਿਉਂਕਿ ਪਿਛਲੇ ਸਾਲ 600 ਤੋਂ ਜ਼ਿਆਦਾ ਮੌਤਾਂ ਤੇ ਇੱਕ ਹਿਸਟੋਰਿਕ ਅਪ ਟੈਂਪਰੇਚਰ ਹੋਏ ਸੀ। ਤੇ ਉਹਦੇ ਤੋਂ ਜਿਹੜਾ ਹੁਣ ਇਸ ਵੇਲੇ ਸਿਚੁਏਸ਼ਨ ਭਾਵੇਂ ਕਾਬੂ ਦੇ ਵਿੱਚ ਆ, ਪਰ 911 ਦੇ ਉੱਤੇ ਜਿਸ ਤਰ੍ਹਾਂ ਕਾਲਸ ਦਾ ਹੜ੍ਹ ਆਇਆ ਸੀ, ਇੱਕ ਇਨਫਲਕਸ ਹੈਗਾ, ਉਹਨੇ ਲੋਕਾਂ ਨੂੰ ਪਰੇਸ਼ਾਨ ਕਰ ਦਿੱਤਾ ਸੀ। ਸਟਾਫ ਪੂਰਾ ਨਾ ਹੋਣ ਕਰਕੇ ਐਤਕੀ ਵੀ ਦੱਸਿਆ ਜਾ ਰਿਹਾ ਕਿ ਜਿੰਨਾ ਕੁ ਜ਼ਿਆਦਾ ਬਚਾਅ ਰੱਖ ਸਕਦੇ ਆ ਆਪਣਾ ਬਚਾਅ ਰੱਖੋ। ਗਰਮੀ ਭਾਵੇਂ ਇੰਨੀ ਜ਼ਿਆਦਾ ਨਹੀਂ ਆ, ਪਰ ਪਹਿਲੀ ਹੀਟ ਵੇਵ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਹੈਗੀ ਆ। ਇਹਨੇ ਬਹੁਤ ਕੁਝ ਤਬਦੀਲੀ ਜਿਹੜੀ ਆਲੇ ਦੁਆਲੇ ਵਾਤਾਵਰਨ ਦੇ ਵਿੱਚ ਕਰਨੀ ਹੈ। ਹੈਲਥ ਕੇਅਰ ਸਿਸਟਮ ਬਾਰੇ ਅਸੀਂ ਅਕਸਰ ਗੱਲਬਾਤ ਕਰਦੇ ਹਾਂ ਕਿ ਕੋਵਿਡ ਤੋਂ ਬਾਅਦ ਹੈਲਥ ਕੇਅਰ ਸਿਸਟਮ ਕੈਨੇਡਾ ਦਾ ਆਪਣੇ ਪੈਰਾਂ ਸਿਰ ਨਹੀਂ ਹੋ ਸਕਿਆ। ਦੁਨੀਆ ਦੇ ਕਿਸੇ ਦੇਸ਼ ਦਾ ਵੀ ਹੈਲਥ ਕੇਅਰ ਸਿਸਟਮ ਪੈਰਾਂ ਸਿਰ ਨਹੀਂ ਹੋ ਸਕਿਆ, ਪਰ ਇਹਦਾ ਨੁਕਸਾਨ ਬਹੁਤ ਸਾਰੇ ਲੋਕਾਂ ਨੂੰ ਹੋਇਆ। ਕੋਵਿਡ ਦੇ ਕਾਰਨ ਹਸਪਤਾਲ ਭਰੇ ਰਹੇ ਆ, ਵਾਰੀ ਨਹੀਂ ਆ ਰਹੀ ਉੱਥੇ। ਸਟਾਫ ਇੱਕ ਵੈਕਸੀਨੇਸ਼ਨ ਦੇ ਚੱਕਰ ਦੇ ਵਿੱਚ ਉਹਦੇ ਤੋਂ ਬਾਅਦ ਹੋਰ ਕਾਰਨਾਂ ਕਰਕੇ ਘਟ ਗਿਆ। ਲੋਕਾਂ ਨੇ ਲੰਬੀਆਂ ਛੁੱਟੀਆਂ ਲੈ ਲਈਆਂ, ਇਸ਼ੂ ਬਹੁਤ ਸਾਰੇ ਆ ਗਏ, ਹਸਪਤਾਲ ਭਰ ਗਏ। ਤੇ ਜਿਹੜੀਆਂ ਰੈਗੂਲਰ ਸਰਜਰੀ ਸੀਗੀਆਂ, ਕਿਸੇ ਦੇ ਦਿਲ ਦੀ ਸਰਜਰੀ ਹੋਣੀ ਆ, ਕਿਸੇ ਦੇ ਗੋਡੇ ਦੀ ਹੋਣੀ ਆ, ਉਹ ਸਾਰੀਆਂ ਉਹਨਾਂ ਨੇ ਪਿੱਛੇ ਕਰ ਦਿੱਤੀਆਂ ਕਿ ਹਜੇ ਰੁਕ ਜਾਓ, ਪਹਿਲਾਂ ਕੋਵਿਡ ਵਾਲਾ ਕੰਮ ਨਿਬੇੜ ਲਈਏ, ਉਹਦੇ ਤੋਂ ਬਾਅਦ ਇੱਧਰਲੇ ਪਾਸੇ ਆਵਾਂਗੇ। ਤੇ ਹੁਣ ਜਿਹੜੇ ਵਿਅਕਤੀ ਸੀਗੇ ਇਸ ਚੀਜ਼ ਦੇ ਨਾਲ ਜੂਝ ਰਹੇ, ਉਹਨਾਂ ਨੂੰ ਇਸ ਸੰਕਟ ਦੇ ਵਿੱਚੋਂ ਲੰਘਣਾ ਪੈ ਰਿਹਾ। ਮਾਰਕ ਕਲੇਰਕ ਜਿਹੜਾ ਕਿ ਕੈਂਟਵੈਲ ਨੋਵਾ ਸਕੋਸ਼ੀਆ ਦੇ ਵਿੱਚ ਰਹਿਣ ਵਾਲਾ ਸੀਗਾ, ਉਹਦੀ ਫਰਵਰੀ ਦੇ ਵਿੱਚ ਆਪਣੀ ਵਾਰੀ ਦੀ ਉਡੀਕ ਕਰਦੇ ਦੀ ਮੌਤ ਹੋ ਗਈ। 66 ਸਾਲ ਦੀ ਉਮਰ ਸੀਗੀ। ਇੱਕ ਦਿਨ ਪਹਿਲਾਂ ਜਦੋਂ ਉਹਦੀ ਵਾਰੀ ਸੀਗੀ ਕਾਰਡਿਕ ਸਰਜਰੀ ਦੀ, ਦਿਲ ਦਾ ਆਪਰੇਸ਼ਨ ਹੋਣਾ ਸੀ ਉਹਨੂੰ ਕਹਿੰਦੇ ਰਹੇ ਵੀ ਕਰਦੇ ਹਾਂ, ਅੱਜ ਕਰਦੇ ਹਾਂ, ਕੱਲ੍ਹ ਕਰਦੇ ਹਾਂ, ਤੇ ਜਿੱਦਣ ਉਹਦੀ ਵਾਰੀ ਆਉਣੀ ਸੀ ਉਹ ਤੋਂ ਇੱਕ ਦਿਨ ਪਹਿਲਾਂ ਉਹਦੀ ਮੌਤ ਹੋ ਗਈ। ਹੁਣ ਉਹਦੀ ਪਤਨੀ ਉਸ ਦੁੱਖ ਨੂੰ ਲੋਕਾਂ ਨਾਲ ਸਾਂਝਾ ਕਰ ਰਹੀ ਆ ਕਿ ਮੇਰੇ ਘਰ ਵਾਲੇ ਨੂੰ ਇਸ ਕਰਕੇ ਹਸਪਤਾਲ ਦੇ ਵਿੱਚ ਦਾਖਲ ਨਹੀਂ ਸੀ ਕਰਦੇ ਵੀ ਇਹਨੂੰ ਕਿਤੇ ਕੋਵਿਡ ਨਾ ਹੋ ਜਾਵੇ ਦੂਜਿਆਂ ਕੋਲੋਂ। ਤੇ ਉਹ ਹੁਣ ਕਹਿ ਰਹੀ ਕਿ ਇਹਦੇ ਨਾਲੋਂ ਚੰਗਾ ਹੁੰਦਾ ਕੋਵਿਡ ਹੋ ਹੀ ਜਾਂਦਾ, ਸ਼ਾਇਦ ਬਚਤਾ ਜਾਂਦਾ। ਹੁਣ ਤਾਂ ਉਹ ਇਸ ਡਰੋਂ ਕਿ ਉਹਨੂੰ ਹਸਪਤਾਲ ਜਾਣ ਨਾਲ ਕੋਵਿਡ ਨਾ ਹੋ ਜਾਵੇ ਘਰ ਬਿਠਾਈ ਰੱਖਿਆ ਤੇ ਉਹਦੀ ਸਰਜਰੀ ਨਹੀਂ ਕੀਤੀ ਗਈ। ਤੇ ਉਹਦੀ ਹੁਣ ਜਿਹੜੀ ਇਹਦੀ ਦੇਰੀ ਦੇ ਕਾਰਨ ਉਹ ਕਹਿ ਰਹੀ ਹੈ ਕਿ ਮੌਤ ਹੋ ਗਈ। ਤੇ ਰੌਲਾ ਬੜਾ ਸਿੱਧਾ ਹੈ ਕਿ ICU ਦੇ ਵਿੱਚ ਬੈੱਡ ਹੈ ਨਹੀਂ ਉੱਥੇ। ਡਾਕਟਰ ਡਰ ਰਹੇ ਸੀਗੇ, ਜਿੱਦਾਂ ਪਹਿਲਾਂ ਦੱਸਿਆ ਕਿ ਉਹਨਾਂ ਨੂੰ ਉੱਥੇ ਲਿਜਾਣ ਨਾਲੋਂ। ਤੇ ਹੁਣ ਜਿਹੜਾ ਪ੍ਰੋਸੈਸ ਦੱਸ ਰਹੇ ਆ ਕਿ ਉਹਦੇ ਚੈਸਟ ਦੇ ਵਿੱਚ ਬੇਸਿਕਲੀ ਪਹਿਲਾਂ ਦਰਦ ਹੋਇਆ ਸੀ ਜੁਲਾਈ 2021 ਦੇ ਵਿੱਚ, ਪਿਛਲੇ ਸਾਲ ਜੁਲਾਈ ਮਹੀਨੇ ਦੇ ਵਿੱਚ ਉਹਦੀ ਚੈਸਟ ਦੇ ਵਿੱਚ ਦਰਦ ਹੋਇਆ। ਉਹਦੇ ਤੋਂ ਬਾਅਦ ਉਹ ਚਲੇ ਗਏ ਤੇ ਡਾਕਟਰਾਂ ਨੇ ਕਹਿੰਦੇ ਕਿੰਨਾ ਹੀ ਚਿਰ ਕੁਛ ਦੱਸਿਆ ਹੀ ਨਹੀਂ, ਕਈ ਮਹੀਨੇ ਕੁਛ ਮਤਲਬ ਉਹਨਾਂ ਵੱਲੋਂ ਜਵਾਬ ਹੀ ਨਹੀਂ ਆਇਆ। ਉਹ ਬਾਰ-ਬਾਰ ਕਾਲ ਕਰੀ ਜਾਂਦਾ ਸੀ ਤੇ ਜੁਲਾਈ ਦਾ ਚੱਲਦਾ ਨਵੰਬਰ ਆ ਗਿਆ ਜਦੋਂ ਉਹਦਾ ਦਰਦ ਜ਼ਿਆਦਾ ਵੱਧ ਗਿਆ। ਜੁਲਾਈ ਦੇ ਵਿੱਚ ਉਹਦੀ ਛਾਤੀ 'ਚ ਦਰਦ ਹੋ ਰਿਹਾ ਤੇ ਕਰਦੇ ਕਾਲ ਕਰਦੇ ਡਾਕਟਰ ਨੂੰ ਨਵੰਬਰ ਆ ਗਿਆ। ਤੇ ਫਿਰ ਜਨਵਰੀ ਤੱਕ ਉਹਦੀ ਵੇਟ ਕੀਤੀ ਗਈ। ਫਿਰ ਉਹਦੇ ਟੈਸਟ ਹੋਏ ਤੇ ਟੈਸਟ ਕਰਨ ਤੋਂ ਬਾਅਦ ਉਹ ਕਹਿੰਦੇ ਜੀ ਤੁਹਾਡੇ 2 ਵੱਡੇ ਬਲੋਕੇਜ ਹੈਗੇ ਆ ਤੇ ਬਿਲਕੁਲ ਜਲਦੀ ਤੁਹਾਨੂੰ ਸਰਜਰੀ ਚਾਹੀਦੀ ਹੈ, ਜੇ ਸਰਜਰੀ ਨਾ ਕੀਤੀ ਨੁਕਸਾਨ ਹੋ ਸਕਦਾ। ਉਹਦੇ ਤੋਂ ਬਾਅਦ ਕਹਿੰਦੇ 2 ਹਫ਼ਤੇ ਫਿਰ ਕੁਛ ਨਹੀਂ ਕੀਤਾ ਤੇ ਫਿਰ 1 ਮਹੀਨੇ ਬਾਅਦ ਜਿਹੜੀ ਸਰਜਰੀ ਉਹਦਾ ਇਸ ਤਰੀਕੇ ਦੇ ਨਾਲ ਕਿਹਾ ਗਿਆ ਕਿ ਤੁਹਾਡੀ ਸਰਜਰੀ ਕਦੋਂ ਕਰਨੀ ਆ। ਤੇ ਘਰ ਬੈਠੇ ਹੀ ਉਹਨਾਂ ਨੂੰ ਕਹਿੰਦੇ ਅਟੈਕ ਹੋ ਗਿਆ, ਉਹਦੀ ਮੌਤ ਹੋ ਗਈ। ਉਹ ਹੁਣ ਆਪਣਾ ਇਹ ਦੁੱਖ ਲੋਕਾਂ ਦੇ ਨਾਲ ਸਾਂਝਾ ਕਰ ਰਿਹਾ ਕਿ ਔਰ ਇਸ ਸਿਸਟਮ ਦੇ ਉੱਤੇ ਆਪਣਾ ਗੁੱਸਾ ਕੱਢ ਰਿਹਾ ਵੀ ਇਹ ਨਹੀਂ ਹੋਣਾ ਚਾਹੀਦਾ ਸੀ। ਦੂਜੇ ਪਾਸੇ ਜਿਹੜੇ ਨੋਵਾ ਸਕੋਸ਼ੀਆ ਹੈਲਥ ਦੇ ਡਾਇਰੈਕਟਰ ਨੇ ਉਹਦੇ ਸਰਜੀਕਲ ਸਰਵਿਸ ਨੈਟਵਰਕ ਦੇ, ਉਹ ਕਹਿ ਰਹੇ ਆ ਕਿ ਜਿਹੜੀ ਸਟ੍ਰੇਨ ਸਾਡੇ ਉੱਤੇ ਪਈ ਆ, ਹੈਲਥ ਕੇਅਰ ਸਿਸਟਮ ਦੇ ਉੱਤੇ ਪਈ ਆ,
ਇਹ ਸਾਡੇ ਲਈ ਵੀ ਬਹੁਤ ਮੰਦਭਾਗੀ ਹੈ। ਵੱਡਾ ਚੈਲੰਜ ਸਰਜਰੀਜ਼ ਦੇ ਲਈ ਇਸ ਵੇਲੇ ਟਾਈਮ ਆ ਤੇ ਹਸਪਤਾਲ ਦੇ ਵਿੱਚ ਬੈਡਸ ਅਵੇਲੇਬਲ ਨਹੀਂ ਆ, ਤੇ ਉਹਦੇ ਨਾਲ ਹੀ ਜਿਹੜੀ ਸਟਾਫ ਨਰਸਿਸ ਨੇ ਉਹ ਸਾਰਾ ਕੁਝ ਜਿਹੜਾ COVID-19 ਯੂਨਿਟਸ ਦੇ ਵਿੱਚ ਕਹਿੰਦੇ ਬਾਹਰ ਲੈ ਗਏ ਆ, ਉਹਨਾਂ ਨੂੰ ਮਤਲਬ ਉੱਥੋਂ ਪੁੱਲ ਕਰ ਲਿਆ ਗਿਆ। ਇਸ ਕਰਕੇ ਵੀ ਬਹੁਤ ਵੱਡੀ ਸਮੱਸਿਆ ਉਹ ਆ ਰਹੀ ਆ, ਤੇ ਇਹਦੇ ਕਰਕੇ ਉਹ ਕਹਿੰਦੇ ਅਸੀਂ ਜੋ ਕੁਝ ਵੀ ਅਸੀਂ ਕਰ ਸਕਦੇ ਹਾਂ ਉਹ ਕਰ ਰਹੇ ਹਾਂ, ਪਰ ਕੁਝ ਨਹੀਂ ਹੋ ਸਕਦਾ। 107 ਲੋਕ ਹਜੇ ਵੀ ਉਹਨਾਂ ਦੀ ਸਿਰਫ ਕਾਰਡਿਕ ਸਰਜਰੀ ਦੇ ਲਈ ਉਹਨਾਂ ਨੂੰ ਸਕੈਜੂਅਲ ਕੀਤਾ ਗਿਆ ਨੋਵਾ ਸਕੋਸ਼ੀਆ ਦੇ ਵਿੱਚ, 107 ਜਿਹੜੇ ਹਜੇ ਵੀ ਉਡੀਕ ਕਰ ਰਹੇ ਆ। ਔਰ ਇਹ ਫਰਵਰੀ 2020 ਦੇ ਵਿੱਚ ਜਦੋਂ ਕਿ ਕਰੋਨਾ ਵਾਲਾ ਰੌਲਾ ਗੋਲਾ ਜਿਹਾ ਸ਼ੁਰੂ ਹੋਇਆ ਉਦੋਂ 82 ਸੀਗੇ, ਤੇ 82 ਤੋਂ 107 ਹੋ ਗਏ, ਤੇ ਹਿਸਾਬ ਲਾ ਕੇ ਦੇਖੋ 33% ਵਾਧਾ ਇਹਦੇ ਵਿੱਚ ਹੋ ਗਿਆ। ਜਿਹੜੇ ਲੋਕ ਆਪਣੇ ਸਿਰਫ ਹਾਰਟ ਦੀ, ਬਾਕੀ ਗੋਡਿਆਂ ਵਾਲੇ ਤੇ ਦੂਜੀਆਂ ਬਿਮਾਰੀਆਂ ਵਾਲੇ ਵੱਖਰੇ ਆ, ਨੋਵਾ ਸਕੋਸ਼ੀਆ ਦੇ ਵਿੱਚ 107 ਜਣੇ ਸਿਰਫ ਹਾਰਟ ਦੀ ਸਰਜਰੀ ਦੀ ਵਾਰੀ ਦੀ ਉਡੀਕ ਕਰ ਰਹੇ ਆ, ਤੇ ਜਿਨ੍ਹਾਂ ਦੇ ਵਿੱਚੋਂ ਇਸ ਵਿਅਕਤੀ ਦੀ ਬਹੁਤ ਦੁਖਾਂਤਕ ਤਰੀਕੇ ਦੇ ਨਾਲ ਮੌਤ ਹੋ ਚੁੱਕੀ ਆ। ਲੋਕ ਘਰ ਦੇ ਵਿੱਚ ਉਡੀਕ ਕਰ ਰਹੇ ਆ, ਲੰਬਾ ਸਮਾਂ ਉਹਨਾਂ ਨੂੰ ਕੁਝ ਪਤਾ ਨਹੀਂ ਲੱਗਦਾ, ਕੁਝ ਉੱਧਰੋਂ ਫੋਨ ਨਹੀਂ ਆਉਂਦਾ ਕਿ ਕਦੋਂ ਤੁਹਾਡਾ ਹੈਗਾ। ਐਗਜ਼ਾਇਟੀ ਵੱਧ ਰਹੀ ਆ, ਤੇ ਉਹਦੇ ਤੋਂ ਬਾਅਦ ਕਮਿਊਨਿਟੀ ਦੇ ਵਿੱਚ ਹੁਣ ਇਹਦੇ ਬਾਰੇ ਕਿਸੇ ਨਾ ਕਿਸੇ ਤਰ੍ਹਾਂ ਕੁਝ ਨਾ ਕੁਝ ਕਰਨ ਬਾਰੇ ਉਹ ਲੋਕ ਗੱਲਾਂ ਬਾਤਾਂ ਕਰ ਰਹੇ ਆ ਕਿ ਸਾਨੂੰ ਕਿਸੇ ਨਾ ਕਿਸੇ ਤਰ੍ਹਾਂ ਇਨਸਾਫ ਮਿਲਣਾ ਚਾਹੀਦਾ, ਸਾਡੀ ਵਾਰੀ ਆਉਣੀ ਚਾਹੀਦੀ ਹੈ। ਇੱਦਾਂ ਨਾ ਹੋਵੇ ਕਿ ਇੱਕ ਵਿਅਕਤੀ ਦੀ ਵਾਰੀ ਦੀ ਉਡੀਕ ਕਰਦੇ ਦੀ ਮੌਤ ਹੋਈ ਆ ਤੇ ਇਹ ਹਾਦਸਾ ਕਿਸੇ ਹੋਰ ਨਾਲ ਵੀ ਵਾਪਰੇ। ਕੈਨੇਡਾ ਡੇ ਨਜ਼ਦੀਕ ਆ ਰਿਹਾ, ਲੋਕ ਇਸ ਵਾਰੀ ਬਹੁਤ ਜ਼ਿਆਦਾ ਉਤਸ਼ਾਹ ਹੈ ਲੋਕਾਂ ਦੇ ਵਿੱਚ ਇਸ ਦਿਨ ਨੂੰ ਸੈਲੀਬ੍ਰੇਟ ਕਰਨ ਦੇ ਲਈ, ਕਿਉਂਕਿ ਕੋਵਿਡ ਤੋਂ ਬਾਅਦ ਲੋਕਾਂ ਨੇ ਹੁਣ ਇਕੱਠੇ ਹੋਣਾ, ਬਾਹਰ ਨਿਕਲਣਾ, ਔਰ ਬਹੁਤ ਵੱਡਾ ਦਿਨ ਕੈਨੇਡਾ ਵਾਸੀਆਂ ਦੇ ਲਈ ਬਹੁਤ ਖੁਸ਼ੀ ਦਾ ਦਿਨ ਹੁੰਦਾ। ਪਰ ਓਟਵਾ ਦੇ ਵਿੱਚ ਤਿਆਰੀ ਕੀਤੀ ਜਾ ਰਹੀ ਹੈ ਇਸ ਯੂਨੀਕ ਕੈਨੇਡਾ ਡੇ ਦੇ ਲਈ। ਯੂਨੀਕ ਕੈਨੇਡਾ ਡੇ ਕਿਉਂ ਆ? ਕਿਉਂਕਿ ਲੋਕ ਸਰਕਾਰ ਦੇ ਵਿਰੁੱਧ ਪ੍ਰੋਟੈਸਟ ਕਰਨ ਦੀ ਤਿਆਰੀ ਵੀ ਕਰ ਰਹੇ ਆ। ਕਿਤੇ ਨਾ ਕਿਸੇ ਪਾਸੇ ਲੱਗ ਰਿਹਾ ਕਿ ਬਹੁਤ ਸਾਰੇ ਲੋਕ ਵੱਖ-ਵੱਖ ਥਾਂ ਦੇ ਉੱਤੇ ਇਕੱਠੇ ਹੋ ਕੇ ਕੁਛ ਨਾ ਕੁਛ ਕਰ ਸਕਦੇ ਆ, ਵਿਰੋਧ ਪ੍ਰਦਰਸ਼ਨ ਕਰ ਸਕਦੇ ਆ, ਤੇ ਇਹਦੇ ਨਾਲ ਹੁਣ 2019 ਤੋਂ ਬਾਅਦ ਜਦੋਂ ਪਹਿਲੀ ਵਾਰੀ ਇਹ ਇਕੱਠੇ ਹੋਣਗੇ ਉੱਥੇ ਓਟਵਾ ਦੇ ਵਿੱਚ, ਜਿਹੜਾ ਕਿਉਂਕਿ ਇੱਕ ਤਾਂ ਉੱਥੇ ਕੰਸਟਰਕਸ਼ਨ ਚੱਲ ਰਹੀ ਹੈ ਪਾਰਲੀਮੈਂਟ ਹਿੱਲ ਦੇ ਉੱਤੇ, ਫਿਰ ਹੁਣ ਜਿਹੜਾ ਸਾਰਾ ਕੁਛ ਇਹ ਹੋਣਾ ਆ ਜਿਹੜਾ ਪਲਾਜ਼ਾ ਕੈਨੇਡੀਅਨ ਵਾਰ ਮਿਊਜ਼ੀਅਮ ਦੇ ਸਾਹਮਣੇ ਆ, ਉੱਥੇ ਇਹ ਜਿਹੜੀ ਸੈਲੀਬ੍ਰੇਸ਼ਨ ਹੋਊਗੀ। ਤੇ ਕੈਨੇਡਾ ਪੁਲਿਸ, ਜਿਹੜੀ ਓਟਵਾ ਪੁਲਿਸ ਆ, ਉਹਨੂੰ ਇਸ ਗੱਲ ਦਾ ਡਰ ਆ ਕਿ ਉੱਥੇ ਪ੍ਰੋਟੈਸਟ ਹੋ ਸਕਦੇ ਆ, ਵੱਡੀਆਂ ਕਰਾਊਡਸ ਆ ਸਕਦੀਆਂ ਕੈਨੇਡਾ ਡੇ ਸੈਲੀਬ੍ਰੇਸ਼ਨ ਦੇ ਉੱਤੇ। ਜਿਹੜੇ ਗਰੁੱਪ ਉਸ ਵੇਲੇ ਫਰੀडम ਕਨਵੋਏ ਦੇ ਨਾਲ ਰਿਲੇਟਡ ਸੀਗੇ, ਕਿੰਨਾ ਲੰਬਾ ਸਮਾਂ ਓਟਵਾ ਦੇ ਵਿੱਚ ਉਹਨਾਂ ਨੇ ਬਿਪਤਾ ਪਾਈ ਰੱਖੀ ਪ੍ਰਸ਼ਾਸਨ ਨੂੰ ਇਕੱਠੇ ਹੋ ਕੇ ਉੱਥੇ, ਔਰ ਉੱਥੇ ਫਿਰ ਉਹਨਾਂ ਨੂੰ ਕਿਹੜੇ ਕਾਨੂੰਨ ਲਾ ਕੇ ਲਾਗੂ ਕਰਕੇ ਪ੍ਰਧਾਨ ਮੰਤਰੀ ਨੂੰ ਉੱਥੋਂ ਜ਼ਬਰਦਸਤੀ ਉਹਨਾਂ ਨੂੰ ਫੋਰਸੇਬਲੀ ਉੱਥੋਂ ਹਟਾਉਣਾ ਪਿਆ ਸੀ। ਤੇ ਜਿਹੜੀ ਹੁਣ ਤੱਕ ਮੁੱਦਾ ਅਜੇ ਤੱਕ ਮਗਦਾ ਆ, ਡਰ ਇਹ ਆ ਕਿ ਉਹ ਜਿਹੜੇ ਫਰੀडम ਕਨਵੋਏ ਵਾਲੇ ਸੀਗੇ ਉਹ ਇਕੱਠੇ ਹੋ ਕੇ ਫਿਰ ਦੁਬਾਰਾ ਉੱਥੇ ਡੈਮੋਸਟ੍ਰੇਸ਼ਨ ਕਰਨ ਦੇ ਲਈ ਆ ਸਕਦੇ ਆ। ਤੇ ਹੁਣ ਇੱਕ ਪਾਸੇ ਕੈਨੇਡਾ ਡੇ ਖੁਸ਼ੀਆਂ ਦਾ ਦਿਨ ਆ, ਤੇ ਉਸ ਪਾਸੇ ਹੋਰ ਜਿਹੜੇ ਟ੍ਰੈਫਿਕ ਦੇ ਪ੍ਰਬੰਧ ਪੁਲਿਸ ਨੇ ਕਰਨੇ ਆ, ਤੇ ਪੁਲਿਸ ਨਾਲ ਦੂਜੀ ਸਮੱਸਿਆ ਦੇ ਨਾਲ ਵੀ ਜੂਝ ਰਹੀ ਆ ਵੀ ਜੇ ਕਿਤੇ ਇਹ ਇਕੱਠੇ ਹੋ ਕੇ ਫੇਰ ਆ ਗਏ ਤਾਂ ਇਹਨਾਂ ਦਾ ਕੀ ਕੀਤਾ ਜਾਣਾ ਹੈ। ਪ੍ਰਦਰਸ਼ਨ ਕੀਤਾ ਜਾ ਸਕਦਾ, ਪਰ ਵਿਰੋਧ ਪ੍ਰਦਰਸ਼ਨ ਕੋਈ ਵੱਡੀ ਗੱਲ ਨਹੀਂ ਹੈ, ਡੈਮੋਕ੍ਰੇਸੀ ਦੇ ਵਿੱਚ ਲੋਕਾਂ ਦਾ ਹੱਕ ਆ, ਪਰ ਜਿਹੜੇ ਗੈਰ ਕਾਨੂੰਨੀ ਤਰੀਕੇ ਦੇ ਨਾਲ ਪ੍ਰਦਰਸ਼ਨ ਕੀਤੇ ਜਾਣਗੇ ਜਾਂ ਰਸਤੇ ਰੋਕੇ ਜਾਣਗੇ, ਉਹਨਾਂ ਦੇ ਨਾਲ ਪੁਲਿਸ ਸਖਤੀ ਵਰਤੂਗੀ। ਸੋ ਯੂਨੀਕ ਕੈਨੇਡਾ ਡੇ ਨੂੰ ਕਿਹਾ ਜਾ ਰਿਹਾ ਕਿ ਇੱਕ ਵੱਖਰਾ ਜਿਹਾ ਕੈਨੇਡਾ ਡੇ ਇਸ ਵਾਰੀ ਹੋਊਗਾ, ਤੇ ਪਲਾਨ ਇਹਦੇ ਲਈ ਉਹਨਾਂ ਨੇ ਬਣਾਈ ਆ ਕਿ ਜਿਹੜੇ ਅਨਲਾਫੁਲ ਪ੍ਰੋਟੈਸਟ ਨੇ ਉਹਨਾਂ ਨੂੰ ਕਿਸ ਤਰੀਕੇ ਦੇ ਨਾਲ ਰੋਕਣਾ। ਲੀਗਲ ਪ੍ਰੋਟੈਸਟ ਹੋਣਗੇ, ਪਰ ਉਹ ਕਹਿੰਦੇ ਅਸੀਂ ਜਿਹੜੀਆਂ ਵੀ ਇਲੀਗਲ ਐਕਟੀਵਿਟੀਜ਼ ਹੋ ਰਹੀਆਂ ਉਹਨਾਂ ਸਾਰੀਆਂ ਨੂੰ ਅਸੀਂ ਬੰਦ ਕਰਾਂਗੇ। ਜੇ ਕਿਸੇ ਨੇ ਉੱਥੇ ਡਾਊਨਟਾਊਨ ਸਟਰੀਟਸ ਦੇ ਵਿੱਚ ਜਿੱਦਾਂ ਵਿੰਟਰ ਦੇ ਵਿੱਚ ਜੋ ਕੁਛ ਕੀਤਾ ਉੱਦਾਂ ਦਾ ਦੁਬਾਰਾ ਇੱਥੇ ਕਰਨ ਦੀ ਕੋਸ਼ਿਸ਼ ਕੀਤੀ, ਤਾਂ ਇਸ ਮਾਮਲੇ ਦੇ ਲਈ ਪੁਲਿਸ ਤਿਆਰ ਆ। ਆਪਣਾ ਪੂਰਾ ਪਲਾਨ ਉਹਨਾਂ ਦੇ ਕੋਲ ਹੈਗਾ ਆ। ਪ੍ਰੋਵਿੰਸ਼ੀਅਲ ਪੁਲਿਸ RCMP ਉਹਨਾਂ ਨੇ ਇਹਦੇ ਨਾਲ ਜਿਹੜਾ ਇਹ ਰਿਸਕ ਆ, ਇਹਦੇ ਨਾਲ ਜਿਹੜਾ ਇਹਨੂੰ ਹੈਂਡਲ ਕਰਨਾ ਹੈ, ਉਹਨਾਂ ਨੇ ਪਿਛਲੇ ਹਫ਼ਤੇ ਓਟਵਾ ਦੇ ਮੇਅਰ ਜਿਮ ਵਾਟਸਨ ਨੇ ਕਿਹਾ ਸੀ ਕਿ ਲੋਕ ਸੋਚ ਰਹੇ ਆ ਇੱਧਰਲੇ ਪਾਸੇ ਨੂੰ ਆਉਣ ਬਾਰੇ, ਤੇ ਅਸੀਂ ਚਾਹੁੰਦੇ ਹਾਂ ਕਿ ਕੋਈ ਵੀ ਇੱਥੇ ਜਿਹੜੀ ਟਰਬਲ ਨਾ ਪੈਦਾ ਹੋਵੇ ਉਹਦੇ ਲਈ ਪ੍ਰਬੰਧ ਕੀਤੇ ਜਾ ਰਹੇ ਆ। ਤੇ ਕਿਉਂਕਿ ਕਈ ਹਜ਼ਾਰਾਂ ਲੱਖਾਂ ਲੋਕ ਉੱਥੇ ਡਾਊਨਟਾਊਨ ਦੇ ਵਿੱਚ ਇਕੱਠੇ ਹੋਣੇ ਆ। 56,000 ਲੋਕ ਜਿਹੜੇ ਆ ਪਾਰਲੀਮੈਂਟ ਹਿੱਲ ਦੇ ਉੱਤੇ 2019 ਦੇ ਵਿੱਚ ਗਏ ਸੀਗੇ, ਤੇ ਹੁਣ ਕਿਉਂਕਿ ਉਸ ਤੋਂ ਬਾਅਦ ਫਿਰ ਸੈਲੀਬ੍ਰੇਸ਼ਨ ਕੋਈ ਹੋਈ ਨਹੀਂ, ਸੋ ਕਈ ਹਜ਼ਾਰਾਂ ਲੋਕ ਜਾਂ ਜਿਹੜੇ ਗਿਣਤੀ ਆ ਉੱਥੇ ਇਕੱਠੀ ਹੋਊਗੀ। ਕੈਨੇਡਾ ਡੇ ਜਿਹੜਾ ਹੈਗਾ ਰੋਡ ਕਲੋਜ਼ਰ ਹੁੰਦਾ ਹੀ ਆਮ ਤੌਰ ਦੇ ਉੱਤੇ ਜਦੋਂ ਕੈਨੇਡਾ ਡੇ ਸੈਲੀਬ੍ਰੇਟ ਕੀਤਾ ਜਾਂਦਾ ਉੱਥੇ, ਤੇ ਇਸ ਵਾਰੀ ਵੀ ਉਸੇ ਤਰ੍ਹਾਂ ਹੋਊਗਾ।
ਤੇ ਜਿਹੜਾ ਵੱਖਰੇ ਵੱਖਰੇ ਉੱਥੇ ਰੂਟ ਜਿਹੜੇ ਆ ਉਹਦੇ ਬਾਰੇ ਜਾਣਕਾਰੀ ਦਿੱਤੀ ਜਾਊਗੀ। ਪਰ ਵੱਡੀ ਚਿੰਤਾ ਸਰਕਾਰ ਦੀ ਇਸ ਵੇਲੇ, ਪੁਲਿਸ ਦੀ, ਲਾ ਇਨਫੋਰਸਮੈਂਟ ਏਜੰਸੀਜ਼ ਦੀ, ਕਿ ਉਹ ਪਹਿਲਾਂ ਵਾਲਾ ਜਿਹੜਾ ਟਰੱਕ ਕੌਨਵੋਏ, ਫਰੀडम ਕੌਨਵੋਏ ਜਾਂ ਉਹ ਐਂਟੀ ਵੈਕਸਰ ਕਿਹੜੇ ਕਿਹੜੇ ਨਾਂ ਉਹਨਾਂ ਨੂੰ ਦਿੱਤੇ ਗਏ ਸੀ ਜਦੋਂ ਉਹਨਾਂ ਨੇ ਇਕੱਠੇ ਹੋ ਕੇ ਓਟਵਾ ਦੇ ਵਿੱਚ ਪਹਿਲਾਂ ਜੋ ਕੁਛ ਕੀਤਾ, ਦੁਬਾਰਾ ਹੁਣ ਇੱਕ ਸਬੱਬ ਬਣ ਰਿਹਾ ਵੀ ਦੁਬਾਰਾ ਉੱਥੇ ਆ ਕੇ ਇਹ ਇਸ ਤਰ੍ਹਾਂ ਦੀਆਂ ਚੀਜ਼ਾਂ ਨਾ ਕਰ। ਅੱਜ ਸਵੇਰ ਦੀ ਇੱਕ ਖਬਰ, ਬਹੁਤ ਮੰਦਭਾਗੀ ਖਬਰ ਦੁਨੀਆ ਦੀਆਂ ਅਖਬਾਰਾਂ ਦੇ ਵਿੱਚ ਘੁੰਮ ਰਹੀ ਆ, ਤੇ ਖਬਰ ਇਹ ਆ ਕਿ ਸਾਊਥ ਅਫਰੀਕਾ ਦੀਆਂ ਅਥਾਰਟੀਜ਼ ਇਨਵੈਸਟੀਗੇਸ਼ਨ ਕਰ ਰਹੀਆਂ 21 ਟੀਨੇਜਰ ਯੰਗ ਮੁੰਡੇ ਕੁੜੀਆਂ ਜਿਹੜੇ ਉਹਨਾਂ ਦੀ ਮੌਤ ਹੋ ਗਈ ਆ, ਇੱਕਦਮ ਉਹ ਮਰੇ ਪਾਏ ਗਏ ਆ ਵੀਕਐਂਡ ਦੇ ਉੱਤੇ। ਤੇ ਇਹ ਗੱਲ ਹੁਣ ਤੱਕ ਚੱਲ ਰਹੀ ਆ ਕਿ ਦੱਸਿਆ ਜਾ ਰਿਹਾ ਕਿ ਉਹਨਾਂ ਨੇ ਕੁਛ ਨਾ ਕੁਛ ਜਾਂ ਤਾਂ ਖਾ ਲਿਆ, ਜਾਂ ਕੁਛ ਨਾ ਕੁਛ ਪੀ ਲਿਆ, ਤੇ ਜਾਂ ਕੁਛ ਨਾ ਕੁਛ ਸਮੋਕ ਕਰ ਲਿਆ। ਪਹਿਲਾਂ ਕਹਿੰਦੇ ਸੀ ਵੀ ਭਗਦੜ ਮੱਚ ਗਈ, ਸਟੈਂਪੀਡ ਦੇ ਵਿੱਚ ਕੋਈ ਇਸ ਤਰ੍ਹਾਂ ਦੀ ਮੌਤ ਹੋਈ ਆ, ਪਰ ਉਸ ਤਰ੍ਹਾਂ ਦੀ ਹੁਣ ਜਿਹੜੀ ਕੋਈ ਵੀ ਪੋਸੀਬਿਲਿਟੀ ਆ ਉਹਨੂੰ ਜਿਹੜਾ ਰੂਲ ਆਊਟ ਕਰ ਦਿੱਤਾ ਗਿਆ। ਤੇ ਅਜੇ ਪਰ ਜਿਹੜੀ ਖਾਸ ਗੱਲ ਇਹਦੀ ਹੈਗੀ ਆ ਕਿ ਹਜੇ ਤੱਕ ਵੀ ਇਹਦਾ ਕਾਰਨ ਨਹੀਂ ਪਤਾ ਲੱਗ ਰਿਹਾ। ਡੈਥ ਟੋਟਲੀ ਅਨਐਕਸਪਲੇਨਡ ਨੇ ਇਹਨਾਂ ਟੀਨਸ ਦੀਆਂ, ਕਿ ਹੋਇਆ ਕੀ ਉਹਨਾਂ ਨੂੰ। ਸਕੂਲ ਐਗਜ਼ਾਮ ਖਤਮ ਹੋਏ ਸੀ ਐਂਡ ਦੇ ਉੱਤੇ ਇਹ, ਤੇ ਜਿਹੜਾ ਪਾਰਟੀ ਉੱਥੇ ਕਰ ਰਹੇ ਸੀਗੇ ਇਹ, ਤੇ ਉਹਦੇ ਤੋਂ ਬਾਅਦ ਮਤਲਬ ਪੂਰੇ ਦਾ ਪੂਰਾ ਇਹ ਕੀ ਵਾਪਰਿਆ ਕੀ, ਕਿ ਸ਼ਾਇਦ ਉੱਥੇ ਕੁਛ ਪੀ ਲਿਆ ਉਹਨਾਂ ਨੇ, ਕੁਛ ਇੰਜੈਸਟ ਕਰ ਲਿਆ, ਜਾਂ ਕੋਈ ਉਹ ਜ਼ਹਿਰੀਲੀ ਚੀਜ਼ ਬਣ ਗਈ ਕਿਸੇ ਫੂਡ ਦੇ ਵਿੱਚ, ਕਿਸੇ ਨੇ ਪਾ ਦਿੱਤੀ, ਜਾਂ ਡਰਿੰਕ ਦੇ ਵਿੱਚ। 21 ਨਿਆਣੇ ਜਿਹੜੇ, ਜਿਨ੍ਹਾਂ ਦੇ ਵਿੱਚ ਸਭ ਤੋਂ ਛੋਟੀ ਉਮਰ ਦੀ ਇੱਕ 13 ਸਾਲਾਂ ਦੀ ਕੁੜੀ ਵੀ ਸੀਗੀ, ਉਹਨਾਂ ਦੀ ਮੌਤ ਜਿਹੜੀ ਈਸਟਰਨ ਕੇਪ ਦੇ ਵਿੱਚ ਪ੍ਰੋਵਿੰਸ਼ੀਅਲ ਕਮਿਊਨਿਟੀ ਦੇ ਵਿੱਚ ਜਿਹੜੀ ਮੌਤ ਹੋਈ ਆ। ਤੇ ਇਹਨੇ ਬਹੁਤ ਸਾਰੀਆਂ ਜਿਹੜੀਆਂ ਜਿਹੜਾ CCTV ਫੁਟੇਜ ਵੀ ਉਹਦੀਆਂ ਉਸ ਸੀਨ ਦੀਆਂ ਉੱਥੋਂ ਸਾਹਮਣੇ ਆਈਆਂ ਆ। ਸ਼ੁਰੂ ਦੇ ਵਿੱਚ ਜਿਹੜੀ ਇਨੀਸ਼ੀਅਲ ਮੀਡੀਆ ਰਿਪੋਰਟਸ ਆਈਆਂ ਸੀ ਉਹ ਦੱਸ ਰਹੇ ਸੀਗੇ ਕਿ ਇਹਦੇ ਪੋਸੀਬਲ ਕਾਜ਼ ਸਟੈਂਪੀਡ ਹੋ ਗਈ ਆ, ਉੱਥੇ ਉਹਦੇ ਨਾਲ ਮੌਤ ਹੋ ਗਈ ਆ। ਪੁਲਿਸ ਨੇ ਦੱਸਿਆ ਕਿ 21 ਜਣਿਆਂ ਦੀ ਮੌਤ ਹੋਈ ਆ। ਪਹਿਲਾਂ ਥੋੜ੍ਹੇ ਸਮਝੇ ਜਾ ਰਹੇ ਸੀ। ਈਸਟਰਨ ਕੇਪ ਪੁਲਿਸ ਦੇ ਸਪੋਕਸਪਰਸਨ ਨੇ ਵੀ ਇਹ ਜਾਣਕਾਰੀ ਦਿੱਤੀ ਆ ਕਿ 13 ਸਾਲ ਦੀ ਇੱਕ ਯੰਗ ਕੁੜੀ ਵੀ ਇਹਦੇ ਵਿੱਚ ਸ਼ਾਮਲ ਸੀਗੀ। ਸੋ ਭੀੜ ਉੱਥੇ ਮੋਰਟਰੀ ਦੇ ਬਾਹਰ ਜਿੱਥੇ ਉਹਨਾਂ ਦਾ ਅੰਤਮ ਸੰਸਕਾਰ ਕਰਨ ਦੇ ਲਈ ਗਏ ਆ, ਬਹੁਤ ਇਮੋਸ਼ਨਲ ਸੀਨ ਸੀ ਉੱਥੇ। ਤੇ ਸੋਸ਼ਲ ਮੀਡੀਆ ਦੇ ਉੱਤੇ ਉਹਨਾਂ ਦੀਆਂ ਤਸਵੀਰਾਂ ਕੱਲ੍ਹ ਐਤਵਾਰ ਨੂੰ ਵੀ ਘੁੰਮਦੀਆਂ ਰਹੀਆਂ, ਤੇ ਹਾਲਾਂਕਿ ਉਹਨੂੰ ਵੈਰੀਫਾਈ ਨਹੀਂ ਕੀਤਾ ਕਿਸੇ ਅਥਾਰਟੀ ਨੇ ਵੀ ਉਹੀ ਨੇ ਜਿਹੜੇ ਯੂਥ, ਮਤਲਬ ਨੌਜਵਾਨ ਮੁੰਡੇ ਕੁੜੀਆਂ ਉੱਥੇ ਉਹਨਾਂ ਦੀਆਂ ਜਿਹੜੀਆਂ ਡੈੱਡ ਬੋਡੀਜ਼ ਪਈਆਂ ਆ। ਇਹਨੇ ਵੀ ਸਾਰਾ ਕੁਛ ਸੋਚਣ ਲਈ ਮਜਬੂਰ ਕਰ ਦਿੱਤਾ। ਔਰ ਇਸ ਖਬਰ ਨੇ ਜਿੱਥੇ ਬਹੁਤ ਸਾਰੀ ਚਿੰਤਾ ਪੈਦਾ ਕੀਤੀ ਹੈ, ਉੱਥੇ ਹੁਣ ਇਹਦੀ ਇਨਵੈਸਟੀਗੇਸ਼ਨ ਹੋਊਗੀ। ਉਹਦੇ ਤੋਂ ਬਾਅਦ ਪਤਾ ਲੱਗੂਗਾ ਕਿ ਇਹ 21 ਨੌਜਵਾਨ ਮੁੰਡੇ ਕੁੜੀਆਂ ਇਹਨਾਂ ਨਾਲ ਆਖਰ ਹੋਇਆ ਕੀ ਆ। ਮਹਿੰਗਾਈ ਦੇ ਬਾਰੇ ਸ਼ਾਇਦ ਹੀ ਕੋਈ ਦਿਨ ਜਾਂਦਾ ਹੋਵੇ ਜਿੱਦਣ ਕੈਨੇਡਾ, ਅਮਰੀਕਾ ਜਾਂ ਇੰਗਲੈਂਡ ਦੇ ਵਿੱਚ ਗੱਲਬਾਤ ਨਾ ਹੁੰਦੀ ਹੋਵੇ। ਮਹਿੰਗਾਈ ਦੇ ਬਾਰੇ ਲੋਕ ਇਹ ਸੋਚਦੇ ਆ ਕਿ ਰਸੈਸ਼ਨ ਆਉਣਾ ਆ, ਰਸੈਸ਼ਨ ਆ ਚੁੱਕਾ ਆ, ਮਹਿੰਗਾਈ ਕਦੋਂ ਘਟੂਗੀ, ਕਦੇ ਘਟੂਗੀ। ਵਰਲਡ ਬੈਂਕ ਇਹਦੇ ਬਾਰੇ ਸੋਚ ਰਹੀ ਆ ਕਿ ਜਿਹੜੇ ਇਹ ਕੀਮਤਾਂ ਹੁਣ ਵੱਧ ਚੁੱਕੀਆਂ ਆ, ਇਹ ਘੱਟੋ ਘੱਟ ਇਹਨੂੰ ਸਾਲ ਕਈ ਲੱਗ ਜਾਣੇ ਆ ਇਹ ਥੱਲੇ ਆਉਣ ਨੂੰ। ਤੇ ਜਿਹੜੀ ਇਹ ਜਿੰਨੀ ਇਨਫਲੇਸ਼ਨ ਹੁਣ ਹੋਈ ਹੈ, ਜਿਹੜੀ ਕਈ ਦਹਾਕਿਆਂ ਤੱਕ ਨਹੀਂ ਹੋਈ ਸੀ, ਇਹਨੂੰ ਥੱਲੇ ਆਉਣ ਨੂੰ ਸਮਾਂ ਲੱਗਣਾ। ਅੱਜ ਕੱਲ੍ਹ ਦੇ ਵਿੱਚ ਉਹ ਕਹਿੰਦੇ ਇਹ ਨਹੀਂ ਹੋਣਾ, ਉਹ ਕਹਿੰਦੇ ਕਈ ਮਹੀਨੇ ਲੱਗ ਸਕਦੇ ਆ ਤੇ 2 ਸਾਲ ਵੀ ਲੱਗ ਸਕਦੇ ਆ ਇਸ ਮਹਿੰਗਾਈ ਨੂੰ ਥੱਲੇ ਲਿਆਉਣ ਦੇ ਲਈ। ਸੋ ਘੱਟੋ ਘੱਟ 2 ਸਾਲ ਇਹਦੇ ਬਾਰੇ ਜਦੋਂ ਵਰਲਡ ਬੈਂਕ ਇਹ ਕਹਿ ਰਹੀ ਆ ਤਾਂ ਇਹਦਾ ਕੋਈ ਅਰਥ ਆ। ਤੇ ਇਹ ਇੱਕ ਬਹੁਤ ਵੱਡੀ ਆਪਣੇ ਆਪ ਦੇ ਵਿੱਚ ਗੱਲ ਆ ਕਿ 2 ਸਾਲ ਹੋਰ ਲੋਕਾਂ ਨੂੰ ਇਸੇ ਤਰ੍ਹਾਂ ਮਹਿੰਗਾਈ ਦੀ ਮਾਰ ਝੱਲਣੀ ਪਊਗੀ। ਰੈਕਡ ਇਨਫਲੇਸ਼ਨ ਤੇ ਜਿਹੜੀਆਂ ਕਮੋਡਿਟੀਜ਼ ਜਿਹੜੀਆਂ ਜ਼ਰੂਰੀ ਨੇ, ਤੇਲ ਆ, ਫਰਟੀਲਾਈਜ਼ਰ ਆ, ਵੀਟ ਆ, ਉਹ ਸਾਰਾ ਕੁਛ ਥੱਲੇ ਆ ਜਾਊਗਾ। ਅਜੇ ਆਉਣ ਵਾਲੇ ਸਮੇਂ ਦੇ ਵਿੱਚ ਲੱਗਦਾ ਨਹੀਂ। ਦੁਨੀਆ ਦੇ ਵਿੱਚ ਕਿਉਂਕਿ ਇਸ ਵੇਲੇ ਫਰਟੀਲਾਈਜ਼ਰ ਦੀ ਬਹੁਤ ਵੱਡੀ ਘਾਟ ਆ, ਖਾਦ ਨਹੀਂ ਮਿਲ ਰਿਹਾ। ਤੇ ਜਦੋਂ ਖਾਦ ਦੀ ਘਾਟ ਆ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀਆਂ ਫਸਲਾਂ ਉਹਨਾਂ ਦੀ ਘਾਟ ਵੀ ਹੋਣੀ ਆ ਤੇ ਕਈ ਸਾਲਾਂ ਤੱਕ ਰਹਿਣੀ ਆ। ਫੂਡ ਸ਼ਾਰਟੇਜ ਦੇ ਨਾਲ ਜਿਹੜੇ ਗਰੀਬ ਮੁਲਕ ਨੇ ਉਹਨਾਂ ਦੇ ਵਿੱਚ ਅਸਥਿਰਤਾ ਦਾ ਮਾਹੌਲ ਪੈਦਾ ਹੋ ਸਕਦਾ। ਇਸ ਗੱਲ ਬਾਰੇ ਵਰਲਡ ਬੈਂਕ ਵਾਰਨਿੰਗ ਦੇ ਰਹੀ ਆ। ਅਮਰੀਕਾ ਦੇ ਵਿੱਚ 8.6% ਇਨਫਲੇਸ਼ਨ ਮਈ ਦੇ ਵਿੱਚ ਸੀਗੀ। ਪਿਛਲੇ 40 ਸਾਲਾਂ ਦੇ ਵਿੱਚ ਕਦੇ ਇੱਦਾਂ ਦਾ ਸਮਾਂ ਨਹੀਂ ਆਇਆ ਕਿ ਮਹਿੰਗਾਈ ਇੰਨੀ ਜ਼ਿਆਦਾ ਹੋ ਜਾਵੇ। ਜਿਹੜਾ ਫੈਡਰਲ ਰਿਜ਼ਰਵ ਆ ਉਹ ਹੁਣ ਇਹਦੇ ਲਗਾਤਾਰ ਇੰਟਰਸਟ ਰੇਟ ਵਧਾ ਰਿਹਾ ਆ, ਉਹਨੂੰ ਠੀਕ ਠਾਕ ਕਰਨ ਦੇ ਲਈ।
ਪਰ ਕਿਉਂਕਿ ਫੈਡਰਲ ਰਿਜ਼ਰਵ ਨੇ ਇੰਟਰਸਟ ਰੇਟ ਪਿਛਲੇ ਸਮੇਂ ਦੇ ਵਿੱਚ 0.75% ਅਮਰੀਕਾ ਦੇ ਵਿੱਚ ਜੂਨ 15 ਨੂੰ ਵਧਾ ਦਿੱਤਾ ਸੀ, ਤੇ 30 ਸਾਲਾਂ ਦੇ ਵਿੱਚ ਕਦੇ ਇਦਾਂ ਨਹੀਂ ਸੀ ਹੋਇਆ ਕਿ ਇੰਨਾ ਜ਼ਿਆਦਾ ਇੰਟਰਸਟ ਰੇਟ ਵਧਾ ਦਿੱਤਾ ਜਾਵੇ। ਹੁਣ ਕੀ ਇਹ ਇੰਟਰਸਟ ਰੇਟ ਵਧਾਉਣ ਦੇ ਨਾਲ ਮਹਿੰਗਾਈ ਥੱਲੇ ਆਉਂਦੀ ਆ, ਇਹਦੇ ਬਾਰੇ ਜਿਹੜੀਆਂ ਗੱਲਾਂ ਬਾਤਾਂ ਚੱਲ ਰਹੀਆਂ ਕਿ ਇਹਦੇ ਨਾਲ ਆਉਂਦੀ ਹੈ ਜਾਂ ਕੁਝ ਹੋਰ ਕਰਨਾ ਪਊਗਾ ਇਹਦੇ ਵਿੱਚ, ਇਹਦਾ ਕੀ ਕੀਤਾ ਜਾਣਾ ਆ। ਪਰ ਇਸ ਵੇਲੇ ਜਿਹੜੀ ਗੱਲਬਾਤ ਸਾਡੇ ਸਾਹਮਣੇ ਆ ਰਹੀ ਹੈ ਕਿ ਆਉਣ ਵਾਲੇ 2 ਸਾਲ ਇਹ ਮਹਿੰਗਾਈ ਥੱਲੇ ਨਹੀਂ ਆਉਂਦੀ। ਇਹ ਵੀ ਕਿਹਾ ਜਾ ਰਿਹਾ ਕਿ ਹੋਰ ਜਿਹੜੀ ਆ ਲੋਕ ਹੋਰ ਕੁਛ ਇੱਦਾਂ ਦੇ ਯਤਨ ਵੀ ਕਰਨੇ ਚਾਹੀਦੇ ਆ ਕਿ ਲੋਕ ਮਨੀ ਹੋਰ ਲੈਂਡ ਕਰਨ ਅਤੇ ਜ਼ਿਆਦਾ ਮਨੀ ਜਿਹੜੀ ਆ ਸਪਲਾਈ ਚੇਨ ਦੇ ਵਿੱਚ ਸਰਕੂਲੇਟ ਹੋਵੇ, ਉਹ ਵੀ ਕਿਸੇ ਨਾ ਕਿਸੇ ਤਰ੍ਹਾਂ ਮਹਿੰਗਾਈ ਨੂੰ ਘਟਾ ਸਕਦੀ ਆ। ਵਰਲਡ ਬੈਂਕ ਦੂਜਾ ਜਿਹੜਾ ਵੱਡਾ ਸਵਾਲ ਆ ਕਿ ਅਮਰੀਕਾ ਦੇ ਬਾਰੇ ਰਿਸੈਸ਼ਨ, ਕਿਉਂਕਿ ਅਮਰੀਕਾ ਵੱਡਾ ਦੇਸ਼ ਆ ਅਤੇ ਉੱਥੇ ਜੋ ਕੁਛ ਵਾਪਰਦਾ ਉਹਦਾ ਅਸਰ ਪੂਰੀ ਦੁਨੀਆ ਦੇ ਉੱਤੇ ਪੈਣਾ। ਇਹ ਕਿਹਾ ਜਾ ਰਿਹਾ ਕਿ ਵੀ ਉੱਥੇ ਰਿਸੈਸ਼ਨ ਆਊਗਾ ਜਾਂ ਨਹੀਂ ਆਊਗਾ, ਜਾਂ ਅਸੀਂ ਰਿਸੈਸ਼ਨ ਦੇ ਵਿੱਚ ਵੱਖ-ਵੱਖ ਜਿਹੜੇ ਮਾਹਰ ਨੇ ਅਰਥ ਸ਼ਾਸਤਰੀ ਨੇ ਉਹ ਤਾਂ ਆਪਣੀਆਂ ਆਪਣੀਆਂ ਰਾਵਾਂ ਦੇ ਰਹੇ ਆ, ਪਰ ਵਰਲਡ ਬੈਂਕ ਕਹਿ ਰਿਹਾ ਕਿ ਅਸੀਂ ਅਜੇ ਅਮਰੀਕਾ ਦੇ ਵਿੱਚ ਰਿਸੈਸ਼ਨ ਪ੍ਰੋਜੈਕਟ ਨਹੀਂ ਕਰ ਰਹੇ। ਸਾਨੂੰ ਲੱਗਦਾ ਨਹੀਂ ਅਜੇ। ਸ਼ੁਰੂ ਦੇ ਵਿੱਚ ਇਸ ਮਹੀਨੇ ਦੇ ਸ਼ੁਰੂ ਦੇ ਵਿੱਚ ਵੀ ਜਿਹੜਾ ਵਰਲਡ ਬੈਂਕ ਨੇ ਇਹ ਦੱਸਿਆ ਸੀਗਾ ਕਿ ਵੀ ਇਹ ਲੱਗਦਾ ਨਹੀਂ ਕਿ ਅਮਰੀਕਾ ਜਿਹੜਾ ਉਹ ਰਿਸੈਸ਼ਨ ਦੇ ਵਿੱਚ ਜਾਊਗਾ। ਫੋਰਕਾਸਟ ਕੀਤਾ ਸੀ ਉਹਨਾਂ ਨੇ 2.5% GDP ਗਰੋਥ 2022 ਦੇ ਲਈ, ਜਿਹੜੀ ਕਿ ਸਟਿਲ 1.2% ਘੱਟ ਹੋਊਗੀ ਜਿਹੜਾ ਬੈਂਕ ਨੇ ਫੋਰਕਾਸਟ ਕੀਤਾ ਸੀ ਜਨਵਰੀ ਦੇ ਵਿੱਚ, ਅਤੇ ਜਿਹੜਾ 3.2% ਇਹ ਡਰੋਪ ਹੋਊਗਾ ਜਦੋਂ 5.7% ਗਰੋਥ ਇਹਨਾਂ ਨੇ 2021 ਦੇ ਵਿੱਚ ਫੋਰਕਾਸਟ ਕੀਤੀ ਸੀ। ਸੋ ਇਸ ਕਰਕੇ ਹੁਣ ਇੱਕ ਤੇ ਜਿਹੜੀ ਇਹ ਗੱਲ ਮਤਲਬ ਹੋ ਸਕਦਾ, ਪਰ ਉਹ ਕਹਿੰਦੇ ਸੰਭਾਵਨਾ ਨਹੀਂ ਹੈ ਇਹਦੀ। ਵਰਲਡ ਬੈਂਕ ਨੇ ਇਹ ਵੀ ਪ੍ਰੈਡਿਕਟ ਕੀਤਾ ਸੀ ਪਿਛਲੇ ਸਮੇਂ ਦੇ ਵਿੱਚ ਕਿ ਗਲੋਬਲ ਜਿਹੜੀ ਗਰੋਥ ਆ ਉਹ ਵੀ ਸਲੋ ਹੋ ਸਕਦੀ 2.9%, ਜਿਹਦੇ ਵਿੱਚ 1.2% ਪਰਸੈਂਟੇਜ ਪੁਆਇੰਟ ਡਰੋਪ ਹੋਊਗਾ ਜਨਵਰੀ ਦੇ ਵਿੱਚ। ਅਤੇ ਹੁਣ ਇਹ ਕਿਹਾ ਜਾ ਰਿਹਾ ਕਿ ਜਿਹੜਾ ਰਿਸੈਸ਼ਨ ਆ ਉਹ US ਦੇ ਵਿੱਚ ਕੁਐਸਚਨ ਨਹੀਂ ਆ, ਅਤੇ ਐਸਟੀਮੇਟ ਇਹ ਆ ਕਿ ਜਿਹੜਾ ਰਿਸਕ ਰਿਸੈਸ਼ਨ ਦਾ 50% ਵਧਿਆ, ਸੰਭਾਵਨਾ ਨਹੀਂ ਆ ਪਰ ਰਿਸਕ ਬਿਨਾਂ ਸ਼ੱਕ ਇਹਦਾ ਵਧਿਆ। ਸੋ ਪਰ ਚੰਗੀ ਗੱਲ ਇਹ ਕਿ ਉਹ ਕਹਿੰਦੇ ਸਾਨੂੰ ਹਜੇ ਲੱਗਦਾ ਨਹੀਂ ਕਿ ਅਸੀਂ ਰਿਸੈਸ਼ਨ ਆਊਗਾ ਜਾਂ ਦੇ ਵਿੱਚੋਂ ਲੰਘ ਰਹੇ ਹਾਂ। ਲੱਗਦਾ ਆ ਕਿ ਜਿਹੜਾ ਸਾਰਾ ਕੁਝ ਠੀਕ ਠਾਕ ਹੋ ਜਾਊਗਾ, ਇਹ ਵਰਲਡ ਬੈਂਕ ਕਹਿ ਰਹੀ ਆ। ਅਤੇ ਦੂਜੇ ਪਾਸੇ ਇੱਕ ਸਰਵੇ ਕੀਤਾ ਗਿਆ ਸੀ ਇਹਨਾਂ ਅਰਥ ਸ਼ਾਸਤਰੀ ਦੇ ਇਕੋਨੋਮਿਸਟ ਦਾ ਇਸ ਮਹੀਨੇ ਦੇ ਸ਼ੁਰੂ ਦੇ ਵਿੱਚ, ਉਹਨਾਂ ਦੇ ਵਿੱਚੋਂ 100 ਦੇ ਵਿੱਚੋਂ 66 ਜਣਿਆਂ ਨੇ ਕਿਹਾ ਸੀ ਕਿ 2023 ਦੇ ਵਿੱਚ ਇਹ ਰਿਸੈਸ਼ਨ ਦੇ ਵਿੱਚ ਅਮਰੀਕਾ ਚਲੇ ਜਾਊਗਾ। ਮਹਿੰਗਾਈ ਏਡੀ ਜਲਦੀ ਖਤਮ ਹੁੰਦੀ ਨਜ਼ਰ ਨਹੀਂ ਆ ਰਹੀ। ਕੈਨੇਡਾ ਦੇ ਵਿੱਚ ਬਹੁਤ ਸਾਰੇ ਅੰਤਰਰਾਸ਼ਟਰੀ ਵਿਦਿਆਰਥੀ ਪੜ੍ਹਨ ਆਉਂਦੇ ਆ, ਪੜ੍ਹ ਕੇ ਇੱਥੇ ਫਿਰ ਉਹਨਾਂ ਨੂੰ ਵਰਕ ਪਰਮਿਟ ਦਿੱਤਾ ਜਾਂਦਾ। ਵਰਕ ਪਰਮਿਟ ਤੋਂ ਬਾਅਦ ਉਹ ਇੱਥੇ PR ਹੋ ਜਾਂਦੇ ਆ। ਬਹੁਤੇ ਲੋਕਾਂ ਦਾ ਜਿਹੜਾ ਏਮ ਇੱਕ ਮਤਲਬ ਮਕਸਦ ਤਾਂ ਇਹ ਹੁੰਦਾ ਕਿ ਤੁਸੀਂ ਇੱਥੇ ਪੜ੍ਹਨ ਆਉਂਦੇ ਆ, ਪੜ੍ਹ ਕੇ ਵਾਪਸ ਚਲੇ ਜਾਂਦੇ ਆ। ਜੇ ਕੁਛ ਚਿਰ ਰਹਿਣਾ ਚਾਹੁੰਦੇ ਆ ਤੁਹਾਨੂੰ ਵਰਕ ਪਰਮਿਟ ਦੇ ਦਿੱਤਾ ਜਾਂਦਾ ਕਿ ਤੁਸੀਂ ਇੰਨਾ ਚਿਰ ਕੰਮ ਕਰ ਲਓ, ਫਿਰ ਵੀ ਤੁਹਾਨੂੰ ਮੁਲਕ ਵਧੀਆ ਲੱਗਦਾ, ਤੁਸੀਂ ਇੱਥੇ ਪੱਕੇ ਹੋਣਾ ਚਾਹੁੰਦੇ ਆ, ਪੱਕੇ ਰਹਿਣਾ ਚਾਹੁੰਦੇ ਆ, ਤੁਸੀਂ ਉਸ ਤੋਂ ਬਾਅਦ ਅਪਲਾਈ ਕਰ ਸਕਦੇ ਆ। ਜਿਹੜਾ ਵਰਕ ਪਰਮਿਟ ਹੁੰਦਾ ਤੁਹਾਨੂੰ ਕੰਮ ਕਰਨ ਦੀ ਆਗਿਆ, ਉਹ ਕਈ ਵਾਰੀ ਕਲੋਜ਼ਡ ਹੁੰਦੀ ਹੈ ਕਿ ਤੁਸੀਂ ਇੱਕ ਖਾਸ ਆਰਗੇਨਾਈਜੇਸ਼ਨ ਦੇ ਨਾਲ ਹੀ ਕੰਮ ਕਰ ਸਕਦੇ ਹੋ, ਖਾਸ ਕੰਪਨੀ ਦੇ ਨਾਲ ਹੀ ਕੰਮ ਕਰ ਸਕਦੇ ਹੋ। ਇੱਕ ਓਪਨ ਵਰਕ ਪਰਮਿਟ ਹੁੰਦਾ ਕਿ ਜਿੱਦਾਂ ਇੱਥੇ ਦੇ ਜਿਹੜੇ ਪਰਮਾਨੈਂਟ ਰੈਜ਼ੀਡੈਂਟਸ ਜਾਂ ਸਿਟੀਜ਼ਨ ਨੇ ਜੇ ਉਹ ਕਿਤੇ ਵੀ ਚਾਹੁਣ ਕੰਮ ਕਰ ਸਕਦੇ ਆ, ਉੱਦਾਂ ਹੀ ਉਹ ਬੰਦਾ ਭਾਵੇਂ ਇੱਥੇ PR ਨਹੀਂ ਆ, ਪੜ੍ਹਨ ਆਇਆ ਆ ਅਤੇ ਪੜ੍ਹਨ ਤੋਂ ਬਾਅਦ ਇੱਥੇ ਕੰਮ ਕਰਨਾ ਚਾਹੁੰਦਾ, ਉਹ ਓਪਨ ਵਰਕ ਪਰਮਿਟ ਜੇ ਉਹਨੂੰ ਦੇ ਦਿੱਤਾ ਜਾਵੇ ਤਾਂ ਉਹ ਵੀ ਕਿਤੇ ਵੀ ਕੰਮ ਬਾਕੀਆਂ ਵਾਂਗੂ ਕਰ ਸਕਦਾ ਹੈ। ਬਹੁਤ ਸਾਰੇ ਲੋਕਾਂ ਦੇ ਇਹ ਕੋਵਿਡ ਤੋਂ ਬਾਅਦ ਕਿਉਂਕਿ ਪ੍ਰੋਸੈਸਿੰਗ ਦੇ ਵਿੱਚ ਬਹੁਤ ਦੇਰੀ ਰਹੀ ਆ, ਇਹ ਐਕਸਪਾਇਰ ਹੋ ਗਿਆ ਸੀ। ਹੁਣ ਦੱਸਿਆ ਜਾ ਰਿਹਾ ਕਿ ਉਹਨਾਂ ਦੇ ਵਰਕ ਪਰਮਿਟ ਨੂੰ ਐਕਸਟੈਂਡ ਕੀਤਾ ਜਾ ਰਿਹਾ। ਇੰਟਰਨੈਸ਼ਨਲ ਸਟੂਡੈਂਟਸ ਦੇ ਜਿਨ੍ਹਾਂ ਕੋਲ ਵਰਕ ਪਰਮਿਟ ਐਕਸਪਾਇਰ ਹੋ ਗਏ ਆ ਜਾਂ ਹੋਣ ਵਾਲੇ ਆ, 20 ਸਤੰਬਰ 2021 ਤੋਂ ਲੈ ਕੇ 31 ਦਸੰਬਰ 2022 ਦੇ ਵਿਚਕਾਰ ਜਿਨ੍ਹਾਂ ਦੇ ਵਰਕ ਪਰਮਿਟ ਐਕਸਪਾਇਰ ਹੋਣੇ ਉਹਨੂੰ ਐਕਸਟੈਂਸ਼ਨ ਦਿੱਤੀ ਜਾ ਰਹੀ ਹੈ। ਸ਼ੌਨ ਫਰੇਜ਼ਰ ਸਾਡੇ ਕੈਨੇਡਾ ਦੇ ਇਮੀਗ੍ਰੇਸ਼ਨ ਮਿਨਿਸਟਰ ਨੇ, ਉਹਨਾਂ ਨੇ ਦੱਸਿਆ ਕਿ ਸਟੂਡੈਂਟਸ ਨੂੰ ਐਡੀਸ਼ਨਲ 1.5 ਸਾਲ ਯਾਨੀ ਕਿ 18 ਮਹੀਨੇ ਦਾ ਓਪਨ ਵਰਕ ਪਰਮਿਟ ਦਿੱਤਾ ਜਾਊਗਾ ਪੋਸਟ ਗ੍ਰੈਜੂਏਟ ਵਰਕ ਪਰਮਿਟ ਪ੍ਰੋਗਰਾਮ ਦੇ ਤਹਿਤ। PGWPP ਪੋਸਟ ਗ੍ਰੈਜੂਏਸ਼ਨ ਵਰਕ ਪਰਮਿਟ ਪ੍ਰੋਗਰਾਮ। ਕੈਨੇਡਾ ਦੀ ਇਕੋਨਮੀ ਉਹ ਕਹਿੰਦੇ ਲਗਾਤਾਰ ਗਰੋ ਕਰ ਰਹੀ ਹੈ, ਰਿਕਵਰ ਕਰ ਰਹੀ ਹੈ, ਅਤੇ ਸਾਡੇ ਕੋਲ ਕਈ ਸੈਂਕੜੇ ਕਈ ਹਜ਼ਾਰਾਂ ਨੌਕਰੀਆਂ ਪਈਆਂ ਜਿਹਦੇ ਲਈ ਬੰਦੇ ਹੈ ਨਹੀਂਗੇ। ਕੈਨੇਡਾ ਦੇ ਇਮੀਗ੍ਰੇਸ਼ਨ ਮਿਨਿਸਟਰ ਸ਼ੌਨ ਫਰੇਜ਼ਰ ਨੇ ਟਵੀਟ ਕੀਤਾ ਕਿ ਹਾਰਡ ਵਰਕਿੰਗ ਇੰਟਰਨੈਸ਼ਨਲ ਗ੍ਰੈਜੂਏਟਸ ਮੇਕ ਅਨੋਰਮਸ ਕੰਟਰੀਬਿਊਸ਼ਨ ਟੂ ਦੇਅਰ ਕਮਿਊਨਿਟੀਜ਼ ਐਂਡ ਆਵਰ ਇਕੋਨਮੀ। ਸੋ ਉਹਨਾਂ ਦਾ ਇਹ ਇੰਟਰਨੈਸ਼ਨਲ ਸਟੂਡੈਂਟਸ ਦੇ ਲਈ ਖਾਸ ਤੌਰ ਦੇ ਉੱਤੇ ਟਵੀਟ ਕਰਨਾ ਇਹਦੇ ਤੇ ਬਹੁਤ ਵੱਡੇ ਮਾਇਨੇ ਆ। ਸੋ ਉਹ ਇਹ ਕਹਿ ਰਹੇ ਆ ਕਿ ਅਸੀਂ ਜਿਹੜਾ ਪੋਸਟ ਗ੍ਰੈਜੂਏਟ ਵਰਕ ਪਰਮਿਟਸ ਆ ਇੰਟਰਨੈਸ਼ਨਲ ਗ੍ਰੈਜੂਏਟਸ ਦੇ ਜਿਨ੍ਹਾਂ ਦੇ ਪਰਮਿਟਸ ਜਿਹੜੇ ਐਕਸਪਾਇਰ
ਹੋ ਗਏ ਆ ਜਾਂ ਹੋਣ ਵਾਲੇ ਆ 20 ਸਤੰਬਰ 2021 ਤੋਂ ਲੈ ਕੇ 31 ਦਸੰਬਰ 2022 ਦੇ ਵਿੱਚ ਉਹਨਾਂ ਨੂੰ ਅਸੀਂ ਐਕਸਟੈਂਡ ਕਰ ਰਹੇ ਹਾਂ। ਪਿਛਲੇ ਦਿਨਾਂ ਦਾ ਇਹ ਫੈਸਲਾ ਇਹਨੇ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਵਿੱਚ ਇੱਕ ਵੱਡੀ ਖੁਸ਼ੀ ਵੀ ਪੈਦਾ ਕੀਤੀ ਆ। ਕਈ ਜਿਹੜੇ ਹਜ਼ਾਰਾਂ ਅੰਤਰਰਾਸ਼ਟਰੀ ਵਿਦਿਆਰਥੀ ਨੇ ਜਿਹੜੇ ਜਿਨ੍ਹਾਂ ਨੂੰ ਐਡੀਸ਼ਨਲ ਓਪਨ ਵਰਕ ਪਰਮਿਟ 18 ਮਹੀਨਿਆਂ ਦੇ ਲਈ ਮਿਲੂਗਾ ਤੇ ਉਹਨਾਂ ਨੂੰ ਇੱਕ ਅਪਰਚੁਨਿਟੀ ਮਿਲ ਜੂਗੀ। ਉਹ ਕੈਨੇਡਾ ਦੇ ਵਿੱਚ ਲੰਬੇ ਸਮੇਂ ਲਈ ਰਹਿ ਸਕਦੇ ਤੇ ਇੱਥੇ ਰਹਿ ਕੇ ਫਿਰ ਉਹ ਹੌਲੀ ਹੌਲੀ ਜੇ ਇੱਥੇ ਪਰਮਾਨੈਂਟ ਰੈਜ਼ੀਡੈਂਸੀ ਲੈਣੀ ਚਾਹੁੰਦੇ ਆ ਤਾਂ ਉੱਧਰਲੇ ਪਾਸੇ ਅਪਲਾਈ ਕਰ ਸਕਦੇ ਆ। ਸਟੂਡੈਂਟਸ ਜਿਹੜੇ ਗ੍ਰੈਜੂਏਟ ਹੋਇਆ ਕੁਆਲੀਫਾਈਡ ਕੈਨੇਡੀਅਨ ਡੈਜ਼ਿਗਨੇਟਡ ਲਰਨਿੰਗ ਇੰਸਟੀਚਿਊਟਸ ਤੋਂ DLIs ਜਿਨ੍ਹਾਂ ਨੂੰ ਕਹਿੰਦੇ ਆ, ਤੇ ਉਹ ਐਲੀਜੀਬਲ ਆ ਇਹ ਓਪਨ ਵਰਕ ਪਰਮਿਟ ਅਪਲਾਈ ਕਰਨ ਦੇ ਲਈ PGWPP ਪ੍ਰੋਗਰਾਮ ਦੇ ਤਹਿਤ। ਸੋ ਵਰਕ ਪਰਮਿਟ ਦੇ ਉੱਤੇ ਕੰਮ ਕਰ ਰਹੇ ਕਾਮਿਆਂ ਦੀ ਇਹਨਾਂ ਦੀ ਜਿਹੜੀ ਉਹਨੂੰ ਐਕਸਟੈਂਡ ਕਰਨਾ ਇਹ ਇੱਕ ਬਹੁਤ ਵੱਡੀ ਖਬਰ ਆ। ਬਹੁਤ ਸਾਰੇ ਵਿਦਿਆਰਥੀਆਂ ਦਾ ਇਹਦੇ ਨਾਲ ਫਾਇਦਾ ਹੋਊਗਾ। ਤੇ ਅਸਲ ਦੇ ਵਿੱਚ ਜਿਹੜਾ ਪੋਸਟ ਗ੍ਰੈਜੂਏਟ ਵਰਕ ਪਰਮਿਟ ਆ, ਜਦੋਂ ਬੰਦਾ ਇੱਥੇ ਪੜ੍ਹਾਈ ਪੂਰੀ ਕਰ ਲੈਂਦਾ ਤਾਂ ਉਹਨਾਂ ਨੂੰ ਪੋਸਟ ਗ੍ਰੈਜੂਏਟ ਵਰਕ ਪਰਮਿਟ ਜਾਰੀ ਕੀਤਾ ਜਾਂਦਾ। ਇਹ 8 ਮਹੀਨੇ ਦਾ ਹੁੰਦਾ ਘੱਟੋ ਘੱਟ, ਤੇ 2 ਸਾਲ ਤੱਕ ਦਾ ਜਿਹੜਾ 8 ਮਹੀਨੇ ਘੱਟੋ ਘੱਟ ਤੇ ਪਰ 2 ਸਾਲ ਤੱਕ ਦੇ ਸਮੇਂ ਦਾ ਕੋਰਸ ਕਰਨ ਵਾਲੇ ਵਿਦਿਆਰਥੀਆਂ ਨੂੰ ਉਹਦੇ ਸਮੇਂ ਦੇ ਹਿਸਾਬ ਨਾਲ ਇਹ ਵਰਕ ਪਰਮਿਟ ਇਸ਼ੂ ਕੀਤਾ ਜਾਂਦਾ ਆ। ਜਿਹੜੇ ਵਿਦਿਆਰਥੀ ਨੇ ਮੰਨ ਲਓ ਸਾਲ ਦਾ ਕੋਰਸ ਕੀਤਾ ਉਹਨੂੰ ਸਾਲ ਦੇ ਸਮੇਂ ਦਾ ਵਰਕ ਪਰਮਿਟ ਮਿਲ ਜਾਂਦਾ ਹੈ। ਸੋ ਜਿਹੜਾ 2 ਸਾਲ ਜਾਂ ਇਹ ਤੋਂ ਵੱਧ ਸਮੇਂ ਦਾ ਹੋਵੇ ਉਹਨੂੰ 3 ਸਾਲ ਦਾ ਵਰਕ ਪਰਮਿਟ ਮਿਲ ਜਾਂਦਾ। ਜਿਹੜਾ 8 ਮਹੀਨੇ ਤੋਂ ਘੱਟ ਸਮੇਂ ਦਾ ਕੋਰਸ ਕਰਨ ਵਾਲੇ ਜਿਹੜੇ ਸਟੂਡੈਂਟਸ ਹੈਗੇ ਆ ਉਹ ਇਹਦੇ ਲਈ ਅਪਲਾਈ ਨਹੀਂ ਕਰ ਸਕਦੇ। ਸੋ ਮਤਲਬ ਕਿਸੇ ਨਾਲ ਵੀ ਉਹ ਕੰਮ ਕਰ ਸਕਦੇ ਆ। ਓਪਨ ਵਰਕ ਪਰਮਿਟ ਜਿੱਦਾਂ ਪਹਿਲਾਂ ਦੱਸਿਆ ਕਿ ਉਹ ਕਿਸੇ ਵੀ ਖੇਤਰ ਦੇ ਵਿੱਚ ਕੰਮ ਕਰ ਸਕਦਾ, ਉਹਨੂੰ ਇੱਕ ਨਾਲ ਬੱਝਣ ਦੀ ਲੋੜ ਨਹੀਂ ਹੁੰਦੀ। ਮਾਹਰ ਇਹ ਕਹਿ ਰਹੇ ਆ ਕਿ ਕੋਵਿਡ-19 ਦੇ ਚਲਦਿਆਂ PR ਦੇ ਡਰਾ ਉਨੇ ਜ਼ਿਆਦਾ ਨਹੀਂ ਕੱਢੇ ਗਏ। ਬਹੁਤ ਸਾਰੇ ਲੋਕਾਂ ਦੇ ਵਰਕ ਪਰਮਿਟ ਦੀ ਮਿਆਦ ਖਤਮ ਹੋ ਗਈ ਤੇ ਹੁਣ ਉਹ ਮਿਆਦ ਵਧਾਈ ਜਾ ਰਹੀ ਹੈ। ਇਹ ਕੋਈ ਪਹਿਲੀ ਵਾਰੀ ਨਹੀਂ ਹੋਇਆ ਕਿ ਸਰਕਾਰ ਐਲਾਨ ਕਰ ਰਹੀ ਹੈ। ਇਹ ਤੋਂ ਪਹਿਲਾਂ ਵੀ ਪਿਛਲੇ ਸਾਲ ਜਨਵਰੀ ਦੇ ਵਿੱਚ ਵੀ ਉਹਨਾਂ ਨੇ ਐਲਾਨ ਕੀਤਾ ਸੀ ਕਿ ਜਨਵਰੀ ਤੋਂ ਲੈ ਕੇ 27 ਨਵੰਬਰ 2021 ਦੇ ਦਰਮਿਆਨ ਜਿਨ੍ਹਾਂ ਦਾ ਵਰਕ ਪਰਮਿਟ ਖਤਮ ਹੋ ਗਿਆ ਉਹਨਾਂ ਨੂੰ 18 ਮਹੀਨੇ ਦਾ ਓਪਨ ਵਰਕ ਪਰਮਿਟ ਦੇਣ ਦਾ ਐਲਾਨ ਕੀਤਾ ਸੀ। ਇਹਦੇ ਤੋਂ ਬਾਅਦ ਫਿਰ ਮੰਗ ਕਰ ਰਹੇ ਸੀ ਕਿ ਜਿੱਦਾਂ ਪਿਛਲੇ ਸਾਲ ਜਨਵਰੀ ਦੇ ਵਿੱਚ ਐਲਾਨ ਕੀਤਾ ਗਿਆ ਉੱਦਾਂ ਦਾ ਐਲਾਨ ਹੁਣ ਵੀ ਕੀਤਾ ਜਾਵੇ। ਜਿਹੜੀ ਉਸ ਵੇਲੇ ਕਹਿੰਦੇ ਸੀ ਵੀ ਜਨਵਰੀ ਤੋਂ ਲੈ ਕੇ ਦਸੰਬਰ 2022 ਦੇ ਦਰਮਿਆਨ ਲੱਖ ਦੇ ਕਰੀਬ ਜਿਹੜੇ ਲੋਕ ਸੀਗੇ ਉਹਨਾਂ ਦੇ ਵਰਕ ਪਰਮਿਟ ਦੀ ਮਿਆਦ ਖਤਮ ਹੋ ਜਾਣੀ ਸੀ। ਸੋ ਹਾਲਾਂਕਿ ਬਹੁਤ ਸਾਰੇ ਲੋਕ ਇਸ ਫੈਸਲੇ ਦੀ ਉਡੀਕ ਹੀ ਕਰ ਰਹੇ ਸੀ। ਇਹ ਵੀ ਕਹਿ ਰਹੇ ਸੀ ਕਿ ਇਹ ਦੇਰੀ ਦੇ ਨਾਲ ਕੀਤਾ ਗਿਆ ਸਹੀ ਫੈਸਲਾ ਆ। ਸਰਕਾਰ ਨੂੰ ਇਹ ਫੈਸਲਾ ਪਹਿਲਾਂ ਹੀ ਕਰ ਦੇਣਾ ਚਾਹੀਦਾ ਸੀ। ਕੈਨੇਡਾ ਦੀ ਲੋੜ ਆ ਇੱਥੇ ਜਿਸ ਤਰੀਕੇ ਦੀਆਂ ਇਸ ਵੇਲੇ ਨੌਕਰੀਆਂ ਆ, ਜਿੰਨੀ ਇਹਦੇ ਲਈ ਨੌਕਰੀਆਂ ਦੇ ਲਈ ਲੋਕ ਚਾਹੀਦੇ ਆ ਉਨੇ ਇੱਥੇ ਲੋਕ ਨਹੀਂ ਆ। ਤੇ ਇਸ ਕਰਕੇ ਇਹਨਾਂ ਨਿਯਮਾਂ ਦੇ ਵਿੱਚ ਖਾਸ ਕਰ ਪਿੱਛੇ ਕੋਵਿਡ-19 ਕਰਕੇ ਲੋਕ ਆਏ ਵੀ ਨਹੀਂ, ਇਸ ਕਰਕੇ ਇਹਨਾਂ ਨਿਯਮਾਂ ਦੇ ਵਿੱਚ ਇੱਕ ਇੱਕ ਕਰਕੇ ਢਿੱਲ ਦਿੱਤੀ ਜਾ ਰਹੀ ਆ ਤੇ ਜਿਹਦੇ ਤਹਿਤ ਇਹ ਬਹੁਤ ਸਾਰੇ ਲੋਕਾਂ ਨੂੰ ਖਾਸ ਕਰ ਇੰਟਰਨੈਸ਼ਨਲ ਸਟੂਡੈਂਟਸ ਨੂੰ ਇਹਦਾ ਪਿਛਲੇ ਸਮੇਂ ਦੇ ਵਿੱਚ ਫਾਇਦਾ ਹੋ ਰਿਹਾ। ਸ਼ੁੱਕਰਵਾਰ ਅਸੀਂ ਤੁਹਾਡੇ ਨਾਲ ਗੱਲਬਾਤ ਕੀਤੀ ਸੀ ਤੇ ਉਸ ਦਿਨ ਖਬਰ ਆਈ ਸੀ ਅਮਰੀਕਾ ਤੋਂ ਜਿਹੜਾ ਰੋ ਵਰਸਸ ਵੇਡ ਦੇ ਮਾਮਲੇ ਦੇ ਵਿੱਚ ਅਬੋਰਸ਼ਨ ਦੇ ਕਾਨੂੰਨ ਸੰਬੰਧੀ ਉਹਨੇ ਇੱਕ ਹਲਚਲ ਪੈਦਾ ਕਰ ਦਿੱਤੀ ਅਮਰੀਕਾ ਦੇ ਵਿੱਚ। ਆਹ ਵੀਕਐਂਡ ਦੇ ਉੱਤੇ ਉਸ ਦਿਨ ਸ਼ੁੱਕਰਵਾਰ ਤੋਂ ਸ਼ੁਰੂ ਕਰਕੇ ਸ਼ਨੀਵਾਰ ਐਤਵਾਰ ਲੋਕ ਸੜਕਾਂ ਦੇ ਉੱਤੇ ਉਤਰੇ। ਇਕੱਲੇ ਅਮਰੀਕਾ ਦੇ ਵਿੱਚ ਨਹੀਂ, ਕੈਨੇਡਾ ਦੇ ਵਿੱਚ ਵੀ ਲੋਕ ਸੜਕਾਂ ਦੇ ਉੱਤੇ ਉਤਰੇ ਆ। ਇੱਥੇ ਵੀ ਟੋਰਾਂਟੋ ਦੇ ਵਿੱਚ US ਕੌਂਸਲੇਟ ਦੇ ਬਾਹਰ ਉਹਨਾਂ ਨੇ ਪ੍ਰਦਰਸ਼ਨ ਕੀਤਾ। ਅਬੋਰਸ਼ਨ ਇੱਕ ਔਰਤ ਕਦੋਂ ਕਰਵਾ ਸਕਦੀ ਆ, ਉਹਦੇ ਉੱਤੇ ਉਹਦਾ ਹੱਕ ਆ ਜਾਂ ਸਰਕਾਰ ਉਹਦੇ ਵਿੱਚ ਇੰਟਰਫੀਅਰ ਕਰ ਸਕਦੀ ਆ, ਇਸ ਮਾਮਲੇ ਦੇ ਉੱਤੇ ਲੋਕ ਵੰਡੇ ਆ। ਤੇ ਰੋ ਵਰਸਸ ਵੇਡ ਵਾਲਾ ਮਾਮਲਾ ਇੱਕ ਜਿਹੜਾ ਵੱਡਾ ਮਾਮਲਾ ਬਣ ਗਿਆ ਤੇ ਇਹਨੇ ਅਮਰੀਕਾ ਦੇ ਨਾਲ ਨਾਲ ਬਾਕੀ ਥਾਵਾਂ ਨੂੰ ਵੀ ਪ੍ਰਭਾਵਿਤ ਕਰਨਾ ਸ਼ੁਰੂ ਕਰ ਦਿੱਤਾ। ਕਈ ਲੋਕਾਂ ਨੇ ਰੈਲੀ ਅਟੈਂਡ ਕੀਤੀ। ਓਨਟਾਰੀਓ ਜਿਹੜੀ ਆਰਗੇਨਾਈਜ਼ ਕੀਤੀ ਸੀ ਓਨਟਾਰੀਓ ਫੈਡਰੇਸ਼ਨ ਆਫ ਲੇਬਰ ਨੇ, ਜਿਹੜੇ ਸਪੋਰਟ ਕਰ ਰਹੇ ਆ ਇਹਨਾਂ ਲੋਕਾਂ ਦੀ ਸੁਪਰੀਮ ਕੋਰਟ ਦੇ ਇਸ ਫੈਸਲੇ ਨਾਲ। ਤੇ ਇਹਦੇ ਨਾਲ ਹੀ ਜਿਹੜਾ ਬੈਰੀਅਰਸ ਇੱਥੇ ਹੈਗੇ ਆ ਅਬੋਰਸ਼ਨ ਦੇ ਲਈ ਕੈਨੇਡਾ ਦੇ ਵਿੱਚ, ਉਹਦੀ ਗੱਲਬਾਤ ਵੀ ਕੀਤੀ ਆ। ਬਹੁਤ ਸਾਰੀਆਂ ਔਰਤਾਂ ਉਹਨਾਂ ਨੇ ਪ੍ਰੋਟੈਸਟ ਅਟੈਂਡ ਕੀਤਾ ਤੇ ਉੱਥੇ ਜਾ ਕੇ ਆਪਣੀਆਂ ਜਿਹੜੀਆਂ ਉਹਨਾਂ ਨੇ ਅਬੋਰਸ਼ਨ ਸਟੋਰੀਜ਼ ਵੀ ਸ਼ੇਅਰ ਕੀਤੀਆਂ ਆ ਕਿ ਉਹਨਾਂ ਨੂੰ ਕਿਸ ਤਰੀਕੇ ਦੇ ਨਾਲ ਇਹਦੀ ਲੋੜ ਪੈਂਦੀ ਆ ਤੇ ਕੀ ਇੱਥੇ ਰੈਸਟ੍ਰਿਕਸ਼ਨਸ ਹੈਗੀਆਂ ਆ ਤੇ ਕਿਸ ਤਰੀਕੇ ਨਾਲ ਇਹ ਇੱਕ ਸਿੱਧੀ ਜਿਹੀ ਸਧਾਰਨ ਜਿਹੀ ਗੱਲ ਇੰਨੀ ਗੰਭੀਰ ਹੁੰਦੀ ਜਾ ਰਹੀ ਆ। ਫਰਾਈਡੇ ਨੂੰ US ਸੁਪਰੀਮ ਕੋਰਟ ਨੇ ਵੋਟ ਕੀਤੀ ਸੀ 3 ਤੇ 6 ਦੇ ਨਾਲ ਇਹ ਫੈਸਲਾ ਕਰ ਦਿੱਤਾ ਗਿਆ ਸੀ। ਅਸਲ ਦੇ ਵਿੱਚ ਪਹਿਲਾਂ ਜਿਹੜਾ ਫੈਸਲਾ ਕੀਤਾ ਗਿਆ ਸੀ ਉਹਨੂੰ ਉਲਟਾ ਦਿੱਤਾ ਸੀ 6 ਦੇ ਨਾਲ
3 ਵੋਟਾਂ ਦੇ ਨਾਲ ਰੋ ਵਰਸਸ ਵੇਡ ਜਿਹੜਾ ਫੈਸਲਾ 1973 ਦੇ ਵਿੱਚ ਕੀਤਾ ਗਿਆ ਸੀ। ਹੁਣ ਉਹਦੇ ਤੋਂ ਬਾਅਦ ਇਹ ਸਟੇਟ ਦੀ ਮਰਜ਼ੀ ਹੋਊਗੀ ਕਿ ਉਹ ਕਿਸ ਤਰੀਕੇ ਦੇ ਨਾਲ ਇਸ ਲਾਅ ਨੂੰ ਸਖਤ ਕਰ ਸਕਦੇ ਆ, ਅਬੋਰਸ਼ਨ ਲਾਅ ਨੂੰ ਕਿੱਥੇ ਕਰਵਾ ਸਕਦੇ ਆ, ਕਿੱਥੇ ਨਹੀਂ ਕਰਵਾ ਸਕਦੇ। ਤੇ ਉਹ ਹੁਣ ਵੱਖ-ਵੱਖ ਸਟੇਟਸ ਦੇ ਵਿੱਚ ਜਿਹੜੀਆਂ ਇਹ ਸਾਰੀਆਂ ਅਮਰੀਕਾ ਦੇ ਵਿੱਚ ਇਹ ਚੀਜ਼ਾਂ ਲਾਗੂ ਹੋ ਰਹੀਆਂ। ਕੈਨੇਡੀਅਨ ਵੀ ਉਹਨਾਂ ਦੇ ਹੱਕ ਦੇ ਵਿੱਚ ਆਏ ਆ ਤੇ ਉਹਨਾਂ ਦੇ ਹੱਕ ਦੇ ਵਿੱਚ ਹਾਂ ਦਾ ਨਾਅਰਾ ਮਾਰ ਰਹੇ ਆ ਕਿ ਜੋ ਕੁਝ ਉੱਥੇ ਹੋ ਰਿਹਾ ਉਹ ਗਲਤ ਹੋ ਰਿਹਾ, ਇਸ ਤਰ੍ਹਾਂ ਨਹੀਂ ਕੀਤਾ ਜਾਣਾ ਚਾਹੀਦਾ। ਸਾਡੇ ਪ੍ਰਧਾਨ ਮੰਤਰੀ, ਸਾਡੇ ਵਿਰੋਧੀ ਧਿਰ ਦੇ ਕੰਜ਼ਰਵੇਟਿਵ ਪਾਰਟੀ ਦੇ ਆਗੂ, ਇਸੇ ਤਰ੍ਹਾਂ ਹੀ NDP ਦੇ ਆਗੂ, ਉਹਨਾਂ ਸਾਰਿਆਂ ਨੇ ਇਸ ਫੈਸਲੇ ਦਾ ਵਿਰੋਧ ਕੀਤਾ ਸੀ ਕਿ ਇਹ ਫੈਸਲਾ ਠੀਕ ਨਹੀਂ ਆ ਤੇ ਜਿਹੜੇ ਉਹਨਾਂ ਨੂੰ ਕਿਸੇ ਨਾ ਕਿਸੇ ਤਰ੍ਹਾਂ ਇਹਦੀ ਐਕਸੈਸ ਹੋਣੀ ਚਾਹੀਦੀ ਹੈ। ਸਾਡੇ ਕੈਨੇਡਾ ਦੇ ਵਿੱਚ ਵੀ ਗੱਲਬਾਤ ਇਹ ਚੱਲਦੀ ਹੈ ਕਿ ਜਿਹੜੇ ਲੋਕ ਰੂਰਲ ਰਿਮੋਟ ਕਮਿਊਨਿਟੀਜ਼ ਦੇ ਵਿੱਚ ਰਹਿੰਦੇ ਆ, ਜਿਹੜੇ ਲੋ ਇਨਕਮ ਇੰਡੀਵਿਜੂਅਲਸ ਆ, ਉਹਨਾਂ ਦੇ ਵੀ ਇਹ ਰੀਪਰੋਡਕਟਿਵ ਰਾਈਟਸ ਦੇ ਲਈ ਉਹਨਾਂ ਕੋਲੇ ਵੀ ਓਨੀ ਖੁੱਲ੍ਹ ਨਹੀਂ ਆ। ਹੁਣ ਮੰਨ ਲਓ ਜਿਹੜਾ ਬੰਦਾ ਵੈਨਕੂਵਰ ਦੇ ਵਿੱਚ ਰਹਿ ਰਿਹਾ ਜਾਂ ਇਹਦੇ ਨੇੜੇ ਤੇੜੇ ਰਹਿ ਰਿਹਾ, ਉਸ ਕਿਸੇ ਔਰਤ ਨੂੰ ਅਬੋਰਸ਼ਨ ਦੀ ਲੋੜ ਆ, ਉਹ ਤਾਂ ਉੱਥੇ ਜਾ ਕੇ ਜਿਹੜਾ ਵੈਨਕੂਵਰ ਜਨਰਲ ਹਸਪੀਟਲ ਜਾਂ ਇੱਥੇ ਇੱਕ ਵੱਖਰਾ ਯੂਨਿਟ ਆ ਉੱਥੇ ਜਾ ਸਕਦਾ ਤੇ ਇਹ ਪ੍ਰੋਸੀਜਰ ਕਰਵਾ ਕੇ ਆ ਸਕਦਾ। ਪਰ ਜੇ ਕੋਈ ਰਿਮੋਟ ਇਲਾਕੇ ਦੇ ਵਿੱਚ ਰਹਿੰਦਾ, ਕਿਸੇ ਪਾਸੇ ਰਹਿੰਦਾ ਬ੍ਰਿਟਿਸ਼ ਕੋਲੰਬੀਆ ਦੇ ਵਿੱਚ, ਤੇ ਉਹਨੂੰ ਇਸ ਕੰਮ ਦੇ ਲਈ ਵੈਨਕੂਵਰ ਆਉਣਾ ਪਵੇ, ਉਹਦੇ ਲਈ ਵੀ ਇਹ ਬਹੁਤ ਵੱਡੀ ਸਮੱਸਿਆ ਆ ਕਿ ਫਲਾਈ ਕਰਕੇ ਵੈਨਕੂਵਰ ਆਵੇ, ਫਿਰ ਇੱਥੇ ਇਹ ਸਾਰਾ ਪ੍ਰੋਸੈਸ ਹੋਵੇ। ਜਿਹੜੇ ਇਹ ਅਮਰੀਕਾ ਵਾਲੀਆਂ ਚੀਜ਼ਾਂ ਆ ਉਹ ਕੈਨੇਡਾ ਨੂੰ ਵੀ ਪ੍ਰਭਾਵਿਤ ਕਰਦੀਆਂ ਤੇ ਇੱਥੋਂ ਉਹਨਾਂ ਦੇ ਹੱਕ ਜਾਂ ਵਿਰੋਧ ਦੇ ਵਿੱਚ ਵੀ ਪ੍ਰਦਰਸ਼ਨ ਹੁੰਦੇ ਆ। ਮਾਨਯੋਗ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਵੀ ਕਿਹਾ ਸੀ ਵੀ ਇਹ ਬਹੁਤ ਇਹ ਗਲਤ ਫੈਸਲਾ ਆ, ਇਹ ਠੀਕ ਨਹੀਂ ਆ, ਇਹਨੂੰ ਜਿਹੜਾ ਰੋ ਵਰਸਸ ਵੇਡ ਵਾਲਾ ਫੈਸਲਾ ਸੀ ਇਹਨੂੰ ਪਲਟਣਾ ਨਹੀਂ ਚਾਹੀਦਾ ਸੀ। ਉਹ ਕਹਿੰਦੇ ਵੀ ਹੁਣ ਕਿਉਂਕਿ ਉੱਥੇ ਜਿਹੜਾ ਸਾਡੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਇਹ ਵੀ ਕਿਹਾ ਕਿ ਕਿਸੇ ਸਰਕਾਰ, ਸਿਆਸਤਦਾਨ ਜਾਂ ਕਿਸੇ ਵਿਅਕਤੀ ਨੂੰ ਕਿਸੇ ਔਰਤ ਦੀ ਜਿਹੜੀ ਉਹਦੇ ਮਜਬੂਰ ਨਹੀਂ ਕੀਤਾ ਜਾ ਸਕਦਾ ਕਿ ਤੂੰ ਆਪਣੇ ਬੱਚੇ ਨੂੰ ਰੱਖ, ਤੂੰ ਅਬੋਰਸ਼ਨ ਨਹੀਂ ਕਰਵਾ ਸਕਦੀ। ਉਹ ਕਹਿੰਦੇ ਸਾਡੀ ਲਿਬਰਲ ਸਰਕਾਰ ਹਮੇਸ਼ਾ ਔਰਤਾਂ ਦੇ ਹੱਕ ਦੇ ਵਿੱਚ ਖੜੀ ਆ। ਜਿਹੜੇ ਸਾਡੇ ਉਪ ਪ੍ਰਧਾਨ ਮੰਤਰੀ ਨੇ, ਡਿਪਟੀ ਪ੍ਰਾਈਮ ਮਿਨਿਸਟਰ ਕ੍ਰਿਸਟੀਆ ਫਰੀਲੈਂਡ, ਉਹਨਾਂ ਨੇ ਵੀ ਇਸ ਅਮਰੀਕਾ ਦੇ ਸੁਪਰੀਮ ਕੋਰਟ ਦੇ ਫੈਸਲੇ ਦੀ ਨਿੰਦਾ ਕੀਤੀ ਹੈ ਤੇ ਉਹ ਕਹਿੰਦੇ ਅਸੀਂ ਹੈਰਾਨ ਆ ਵੀ ਇਹ ਫੈਸਲਾ ਉਹਨਾਂ ਨੇ ਕਰ ਕਿੱਦਾਂ ਦਿੱਤਾ। ਵੀ ਜਿਹੜੀਆਂ ਉਹ ਕਹਿੰਦੇ ਨਾਰੀ ਜਿਹੜੀਆਂ ਇਹ ਅੰਦੋਲਨ ਆ, ਇਹਨਾਂ ਦੀਆਂ ਕਈ ਪੀੜ੍ਹੀਆਂ ਨੇ ਕੈਨੇਡਾ ਦੇ ਵਿੱਚ ਵੀ ਫਾਈਟ ਕੀਤੀ ਸੀ, ਇਹ ਮਸਲਾ ਇੱਥੇ ਵੀ ਇੱਦਾਂ ਹੀ ਸੀ। ਤੇ ਫਿਰ ਉਹਦੇ ਤੋਂ ਬਾਅਦ ਇਹ ਇੱਥੇ ਕੈਨੇਡਾ ਦੀਆਂ ਔਰਤਾਂ ਨੂੰ ਅਧਿਕਾਰ ਦਿੱਤਾ ਗਿਆ ਸੀ ਵੀ ਜੇ ਉਹ ਚਾਹੁਣ, ਜਦੋਂ ਵੀ ਚਾਹੁਣ, ਤਾਂ ਉਹ ਨਿਯਮਾਂ ਦੇ ਤਹਿਤ ਆਪਣਾ ਅਬੋਰਸ਼ਨ ਕਰਵਾ ਸਕਦੀਆਂ, ਉਹਨਾਂ ਨੂੰ ਇਹਦੇ ਲਈ ਕਿਸੇ ਕੋਲ ਪੁੱਛਣ ਦੱਸਣ ਦੀ ਲੋੜ ਨਹੀਂ ਹੈ। ਤੇ ਇਹ ਹੱਕ ਕੈਨੇਡਾ ਦੇ ਵਿੱਚ ਬਹੁਤ ਔਖਾ ਮਿਲਿਆ ਸੀ, ਕਈ ਕੇਸ ਚੱਲੇ ਸੀ, ਬਹੁਤ ਕੁਝ ਹੋਇਆ ਸੀ, ਪਰ ਬਾਅਦ ਦੇ ਵਿੱਚ ਇਹ ਹੱਕ ਮਿਲ ਗਿਆ ਸੀ। ਤੇ ਹੁਣ ਕ੍ਰਿਸਟੀਆ ਫਰੀਲੈਂਡ ਨੇ ਇਹ ਵੀ ਗੱਲ ਕਹੀ ਹੈ ਕਿ ਅਸੀਂ ਇਸ ਹੱਕ ਨੂੰ ਬਰਕਰਾਰ ਰੱਖਾਂਗੇ, ਅਸੀਂ ਇਹਨੂੰ ਰੱਖਾਂਗੇ ਇਸੇ ਤਰ੍ਹਾਂ। ਤੇ ਪਰ ਅਮਰੀਕਾ ਦੇ ਵਿੱਚ ਜਿਹੜਾ ਉਹਨਾਂ ਨੇ ਪੁੱਠਾ ਗੇੜਾ ਦੇਣਾ ਸ਼ੁਰੂ ਕਰ ਦਿੱਤਾ, 50 ਸਾਲ ਪਹਿਲਾਂ ਕੀਤੇ ਫੈਸਲੇ ਨੂੰ ਪਲਟਾ ਕੇ ਹੁਣ ਕਹਿ ਦਿੱਤਾ ਕਿ ਕੋਈ ਔਰਤ ਆਪਣੀ ਮਰਜ਼ੀ ਦੇ ਨਾਲ ਆਪਣਾ ਅਬੋਰਸ਼ਨ ਨਹੀਂ ਕਰਵਾ ਸਕਦੀ, ਉਹਨੂੰ ਪੁੱਛਣਾ ਪਊਗਾ, ਉਹਦੇ ਆਪਣੇ ਆਪਣੇ ਰਾਈਟਸ ਹੋਣਗੇ। ਸ਼ੁੱਕਰਵਾਰ ਨੂੰ ਜਿਹੜਾ ਲੰਘਿਆ ਸ਼ੁੱਕਰਵਾਰ ਸੀ, ਸੈਮੂਅਲ ਅਲੀਟੋ ਨੇ ਆਪਣਾ ਫੈਸਲਾ ਸੁਣਾਇਆ ਸੀ ਜੱਜ ਨੇ, ਤੇ ਫਿਰ ਇਹਨੂੰ 6-3 ਦੇ ਨਾਲ ਪਾਸ ਕਰ ਦਿੱਤਾ ਸੀ। ਜਿਹੜੇ ਲਿਬਰਲ ਜੱਜ ਸੀਗੇ 3, ਉਹ ਇਹਦੇ ਉਲਟਾਉਣ ਦੇ ਹੱਕ ਵਿੱਚ ਨਹੀਂ ਸੀਗੇ। ਇੱਕ ਵਾਰੀ ਫਿਰ ਤੁਹਾਨੂੰ ਯਾਦ ਕਰਵਾਉਣ ਲਈ ਦੱਸਿਆ ਜਾਂਦਾ ਕਿ 1969 ਦੇ ਵਿੱਚ ਇੱਕ 25 ਸਾਲਾਂ ਦੀ ਔਰਤ ਜੇਨ ਰੋ, ਉਹਦਾ ਅਸਲੀ ਨਾਂ ਨਹੀਂ ਸੀ, ਪਰ ਜੇਨ ਰੋ ਦੇ ਨਾਮ ਨਾਲ ਟੈਕਸਸ ਦੇ ਵਿੱਚ ਉਹਨੇ ਇਹ ਜਿਹੜਾ ਕਾਨੂੰਨ ਉੱਥੇ ਸੀਗਾ ਉਹਨੂੰ ਚੈਲੰਜ ਕੀਤਾ ਸੀ, ਕਿਉਂਕਿ ਟੈਕਸਸ ਦੇ ਵਿੱਚ ਅਬੋਰਸ਼ਨ ਨੂੰ ਇਲੀਗਲ ਮੰਨਿਆ ਜਾਂਦਾ ਸੀ ਵੀ ਇਹ ਇੱਕ ਬੱਚੇ ਦੇ ਕਤਲ ਦੇ ਬਰਾਬਰ ਆ। ਉਦੋਂ ਹੀ ਉਹ ਅਲਾਉ ਕਰਦੇ ਸੀ ਜਿਨ੍ਹਾਂ ਕੇਸਿਸ ਦੇ ਵਿੱਚ ਕਿਤੇ ਮਾਂ ਦੀ ਸਿਹਤ ਨੂੰ ਖਤਰਾ ਹੋਵੇ, ਫਿਰ ਅਬੋਰਸ਼ਨ ਕੀਤਾ ਜਾ ਸਕਦਾ ਸੀ। ਜਿਹੜਾ ਉੱਥੇ ਦਾ ਡਿਸਟ੍ਰਿਕਟ ਅਟਾਰਨੀ ਸੀ ਹੈਨਰੀ ਵੇਡ, ਤੇ ਉਹ ਇਸ ਅਬੋਰਸ਼ਨ ਦੇ ਵਿਰੁੱਧ ਕਾਨੂੰਨ ਦੇ ਪੱਖ ਵਿੱਚ ਕੇਸ ਲੜ ਰਹੇ ਸੀ, ਇਸ ਕਰਕੇ ਇਹਦਾ ਨਾਂ ਰੋ ਵਰਸਸ ਵੇਡ ਕੇਸ ਪੈ ਗਿਆ ਸੀ। ਉਸ ਔਰਤ ਦਾ ਦਾਅਵਾ ਸੀ ਕਿ ਉਹਦੇ ਨਾਲ ਬਲਾਤਕਾਰ ਹੋਇਆ, ਕੇਸ ਦਰਜ ਕਰਾਉਣ ਵੇਲੇ ਉਹ ਤੀਜੇ ਬੱਚੇ ਦੀ ਗਰਭਵਤੀ ਸੀ, ਕੇਸ ਰੱਦ ਹੋ ਗਿਆ ਸੀ। 1973 ਦੇ ਵਿੱਚ ਮਾਮਲਾ ਅਮਰੀਕਾ ਦੀ ਸੁਪਰੀਮ ਕੋਰਟ ਦੇ ਵਿੱਚ ਪਹੁੰਚਿਆ ਸੀ, ਇੱਕ ਹੋਰ ਵੀ ਸੁਣਵਾਈ ਹੋਈ ਸੀ, ਫਿਰ ਇੱਕ ਕਾਨੂੰਨ ਬਣਿਆ ਸੀ। ਹੁਣ ਜਦੋਂ ਦਾ ਇਹ ਕਾਨੂੰਨ ਉਲਟਾ ਦਿੱਤਾ ਗਿਆ ਤਾਂ ਇੱਕ ਵਾਰੀ ਪੂਰੀ ਦੁਨੀਆ ਦੇ ਵਿੱਚ ਇਹਦੇ ਬਾਰੇ ਗੱਲਬਾਤ ਹੋ ਰਹੀ ਆ, ਤੇ ਜਿਹੜੀ ਇਹ ਇੱਕ ਤਣਾਅ ਦੀ ਸੰਭਾਵਨਾ ਜਿਹੜੀ ਕਿ ਪਹਿਲਾਂ ਮੰਨੀ ਜਾਂਦੀ ਸੀ ਕਿ ਤਣਾਅ ਹੋ ਸਕਦਾ ਆ, ਤੇ ਉਹ ਤਣਾਅ ਇਸ ਵੇਲੇ ਇੱਥੇ ਬਣਿਆ ਵੀ ਹੋਇਆ। ਇੱਕ ਖਬਰ ਤੁਹਾਡੇ ਨਾਲ ਸਾਂਝੀ ਕਰਨੀ ਆ। ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਪਿਛਲੇ ਦਿਨਾਂ ਦੇ ਵਿੱਚ ਡਰੱਗ ਡੀਕ੍ਰਿਮੀਨੇਸ਼ਨ ਦਾ ਫੈਸਲਾ ਕੀਤਾ ਗਿਆ ਸੀ ਕਿ ਅਗਲੇ ਸਾਲ ਤੋਂ ਇੱਥੇ ਕਈ ਕਿਸਮ ਦੇ ਨਸ਼ਿਆਂ ਨੂੰ ਤੁਸੀਂ ਕਾਨੂੰਨੀ ਤੌਰ 'ਤੇ ਰੱਖ ਸਕਦੇ ਆ।
ਡੀਕ੍ਰਿਮੀਨਲਾਈਜ਼ ਕੀਤਾ ਗਿਆ ਸੀ ਕਿ ਜੇ ਕੋਈ ਖਾਣ ਪੀਣ ਦੇ ਲਈ ਥੋੜ੍ਹਾ ਬਹੁਤਾ ਨਸ਼ਾ ਆਪਣੇ ਕੋਲ ਰੱਖਦਾ ਉਹਨੂੰ ਤੁਸੀਂ ਕਾਨੂੰਨੀ ਤੌਰ ਦੇ ਉੱਤੇ ਸਜ਼ਾ ਨਹੀਂ ਦੇ ਸਕਦੇ ਜਾਂ ਉਹਨੂੰ ਫੜਿਆ ਨਹੀਂ ਜਾਊਗਾ। 2.5 ਗ੍ਰਾਮ ਇਹਦੀ ਹੱਦ ਰੱਖੀ ਗਈ ਸੀ ਕਿ ਮੈਥਾਫੈਂਟਾਮਾਈਨ, ਓਪੀਓਡ ਜਾਂ ਹੋਰ ਜਿਹੜੇ ਕੁਛ ਨਸ਼ੇ ਹੈਗੇ ਆ ਉਹਨਾਂ ਨੂੰ, ਕੋਕੇਨ ਵੀ 2.5 ਗ੍ਰਾਮ ਤੱਕ ਤੁਸੀਂ ਆਪਣੇ ਕੋਲ ਰੱਖ ਸਕਦੇ ਆ। ਨਸ਼ੇ ਨਾਲ ਬਹੁਤ ਸਾਰੀਆਂ ਮੌਤਾਂ ਹੋ ਰਹੀਆਂ, ਮੌਤਾਂ ਰੋਕਣ ਦਾ ਨਾਂ ਨਹੀਂ ਲੈ ਰਹੀਆਂ। ਸਰਕਾਰ ਯਤਨ ਕਰ ਰਹੀ ਹੈ ਪਰ ਸਰਕਾਰ ਦਾ ਵੱਸ ਕੋਈ ਨਹੀਂ ਚੱਲ ਰਿਹਾ ਤੇ ਅਲਟੀਮੇਟਲੀ ਫੈਸਲਾ ਇਹ ਕੀਤਾ ਗਿਆ ਸੀ ਕਿ ਥੋੜੀ ਜਿਹੀ ਅਮਾਉਂਟ ਜਿਹੜੀ ਹੈਗੀ ਉਹਨੂੰ ਲੀਗਲ, ਉਹਨੂੰ ਡੀਕ੍ਰਿਮੀਨਲਾਈਜ਼ ਕਰ ਦਿਓ, ਲੀਗਲਾਈਜ਼ ਨਾ ਕਰੋ, ਡੀਕ੍ਰਿਮੀਨਲਾਈਜ਼ ਕਰ ਦਿਓ। ਹੁਣ ਇਹਦਾ ਵਿੱਚ ਵਿਰੋਧ ਵੀ ਸ਼ੁਰੂ ਹੋ ਗਿਆ। ਪਹਿਲਾਂ ਵੀ ਇਸ ਗੱਲ ਦਾ ਵਿਰੋਧ ਹੋ ਰਿਹਾ ਸੀ ਤੇ ਹੁਣ ਸਕੀਨਾ, ਬ੍ਰਿਟਿਸ਼ ਕੋਲੰਬੀਆ ਦੀ ਜਿਹੜੀ ਰਾਈਡਿੰਗ ਆ, ਉੱਥੋਂ MLA ਨੇ ਐਲਿਸ ਰੌਸ, ਉਹਨਾਂ ਨੇ ਕਿਹਾ ਇਸ ਵੇਲੇ ਕਿ ਜਿਹੜਾ ਇਹ ਠੀਕ ਨਹੀਂ ਆ, ਇਹ ਜਿਹੜਾ ਟੈਕਲ ਕਰਨ ਦਾ ਤਰੀਕਾ ਆ ਇਸ ਡਰੱਗ ਕੰਜ਼ੰਪਸ਼ਨ ਨੂੰ, ਇਹ ਠੀਕ ਨਹੀਂ ਆ ਤੇ ਇਹਦਾ ਕੋਈ ਨਾ ਕੋਈ ਹੋਰ ਹੱਲ ਕੀਤਾ ਜਾਣਾ ਚਾਹੀਦਾ ਕਿ 2.5 ਗ੍ਰਾਮ 18 ਸਾਲ ਤੋਂ ਉੱਪਰ ਉਮਰ ਵਾਲਾ ਵਿਅਕਤੀ ਖਾਣ ਪੀਣ ਦੇ ਲਈ ਆਪਣੇ ਕੋਲ ਡਰੱਗ ਜਿਹੜੀ ਉਹ ਰੱਖ ਸਕਦਾ ਆ। ਉਹ ਕਹਿੰਦੇ ਜਿੱਥੇ ਅਸੀਂ ਰਹਿੰਦੇ ਆ ਜਿਸ ਇਲਾਕੇ ਦੇ ਵਿੱਚ ਤੇ ਜਿਹਨਾਂ ਲੋਕਾਂ ਦੇ ਨਾਲ, ਉਹ ਕਹਿੰਦੇ ਮੇਰਾ ਅਨੁਭਵ ਆ, MLA ਨੇ ਇਹ ਗੱਲ ਕਹੀ ਆ ਕਿ ਉੱਥੇ ਲੱਗਦਾ ਆ ਕਿ ਇਹਦਾ ਨੁਕਸਾਨ ਜ਼ਿਆਦਾ ਹੋਊਗਾ ਡੀਕ੍ਰਿਮੀਨਲਾਈਜੇਸ਼ਨ ਦਾ। ਇਹ ਸਮੱਸਿਆ ਦਾ ਹੱਲ ਨਹੀਂ ਆ ਕਿ ਜਿਹੜਾ ਯੂਥ ਆ ਉਹ ਇਹ ਨਹੀਂ ਦੇਖਦਾ ਕਿ ਤੁਸੀਂ 18 ਸਾਲ ਕਹਿ ਰਹੇ ਹੋ ਕਿ ਉਹ 18 ਸਾਲ ਦਾ ਹੋ ਕੇ ਰੱਖੂਗਾ, ਵੀ 18 ਸਾਲ ਤੋਂ ਉੱਪਰ ਵਾਲਾ 2.5 ਗ੍ਰਾਮ ਜਿਹੜਾ ਨਸ਼ਾ ਆਪਣੇ ਕੋਲ ਰੱਖ ਸਕਦਾ ਤੇ ਘੱਟ ਵਾਲਾ ਕਿਉਂ ਨਹੀਂ ਰੱਖੂਗਾ। ਅਸਲ ਦੇ ਵਿੱਚ ਉਹ ਕਹਿੰਦੇ ਅਸੀਂ ਇਹ ਚੀਜ਼ ਸੈੱਟ ਕਰ ਰਹੇ ਹਾਂ ਵੀ ਇਹ ਚੀਜ਼ ਇਹ ਠੀਕ ਆ, ਤੁਸੀਂ ਜਿਹੜੀ ਡਰੱਗ ਆਪਣੇ ਕੋਲ ਰੱਖਣੀ, ਇਸ ਗੱਲ ਨੂੰ ਅਸੀਂ ਜਸਟੀਫਾਈ ਕਰ ਰਹੇ ਹਾਂ। ਤੇ ਇਹ ਹੁਣ ਗੱਲ ਜਿਹੜੀ ਹੈਗੀ ਆ ਵੀ ਇਹਦੇ ਨਾਲ ਦੂਜੀ ਗੱਲ, ਉਹ ਕਹਿੰਦੇ 2.5 ਗ੍ਰਾਮ ਦਾ ਕੋਈ ਹਿਸਾਬ ਨਹੀਂ ਹੈ, ਵੀ 2.5 ਗ੍ਰਾਮ ਤੋਂ ਜ਼ਿਆਦਾ ਵੀ ਲੋਕ ਰੱਖ ਲੈਣਗੇ, ਕਿ ਇਹ ਜਿਹੜੀਆਂ ਚੀਜ਼ਾਂ ਨੇ ਇਹਦਾ ਸਮੱਸਿਆ ਦਾ ਹੱਲ ਨਹੀਂ ਹੋਊਗਾ। ਹਾਲਾਂਕਿ BC ਮਿਨਿਸਟਰ ਆਫ ਮੈਂਟਲ ਹੈਲਥ ਐਂਡ ਐਡਿਕਸ਼ਨਸ ਜਿਹੜੀ ਸ਼ੀਲਾ ਮੈਲਕਮਸਨ ਆ, ਉਹਨਾਂ ਨੇ ਵੀ ਕਿਹਾ ਸੀ ਕਿ ਇਹ ਜਿਹੜਾ ਇੰਪੋਰਟੈਂਸ ਆ ਮੈਂਟਲ ਹੈਲਥ ਕੇਅਰ ਦੀ, ਉਹ ਸਾਨੂੰ, ਉਹ ਕਹਿੰਦੇ ਪਤਾ ਆ, ਔਰ ਅਸੀਂ ਇਹਨੂੰ ਜਿਹੜਾ ਇਹ ਨਹੀਂ ਕਹਿ ਰਹੇ ਕਿ ਨਸ਼ਾ ਕਰਨਾ ਸੇਫ ਆ, ਸਿਰਫ ਉਹ ਕਹਿੰਦੇ ਅਸੀਂ ਇਹਨਾਂ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਜਿਹੜੇ ਲੋਕ ਕਿਤੇ ਅੰਦਰ ਖਾਤੇ ਬੈਠ ਕੇ ਨਸ਼ਾ ਕਰ ਰਹੇ ਆ। ਪਰ ਦੂਜੇ ਪਾਸੇ ਜਿਵੇਂ ਸਕੀਨਾ ਦੇ ਇਸ MLA ਦਾ ਡਰ ਆ ਕਿ ਕਿਤੇ ਇਹਦਾ ਮਤਲਬ ਇਹ ਨਹੀਂ ਕਿ ਅਸੀਂ ਆਉਣ ਵਾਲੇ ਬੱਚਿਆਂ ਨੂੰ ਇਹ ਮੈਸੇਜ ਦੇ ਰਹੇ ਹਾਂ ਕਿ ਜਿਹੜੀ ਡਰੱਗ ਆ ਉਹ ਰੱਖਣੀ ਠੀਕ ਹੁੰਦੀ ਆ 2.5 ਗ੍ਰਾਮ ਤੱਕ, ਤੇ ਇਹ ਖਾਧੀ ਵੀ ਜਾ ਸਕਦੀ ਹੈ, ਇਹਨੂੰ ਕਾਨੂੰਨੀ ਮਾਨਤਾ ਆ। ਸੋ ਘੱਟ ਥੋੜ੍ਹੀ ਜਿਹੀ ਅਮਾਊਂਟ ਦੇ ਲਈ ਡਰੱਗ ਆਪਣੇ ਕੋਲ ਰੱਖਣੀ, ਉਹਨੂੰ ਡੀਕ੍ਰਿਮੀਨਲਾਈਜੇਸ਼ਨ ਦਾ ਫੈਸਲਾ ਪਿਛਲੇ ਦਿਨਾਂ ਦੇ ਵਿੱਚ BC ਸਰਕਾਰ ਨੇ ਲਿਆ ਸੀ। ਹੁਣ ਉਹਦੇ ਉੱਤੇ ਬਹੁਤ ਸਾਰੇ ਸਵਾਲ ਇੱਕ ਇੱਕ ਕਰਕੇ ਉੱਠਣੇ ਸ਼ੁਰੂ ਹੋ ਗਏ ਆ। ਅੱਜ ਦਾ ਪ੍ਰੋਗਰਾਮ ਇੱਥੇ ਸਮਾਪਤ ਕਰਦੇ ਹਾਂ, ਕੱਲ ਫਿਰ ਤੁਹਾਡੇ ਨਾਲ ਮੁਲਾਕਾਤ ਹੋਏਗੀ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।